पंजाब मेल यूएसए टीवी देख रहे सारे दर्शकों का बहुत बहुत स्वागत है। प्रोग्राम पंजाब चर्चा च मैं कमलप्रीत सिंह ते मेरे वालों तुहानू सारिਆਂ ਨੂੰ प्यार भरी सत श्री अकाल। दोस्तों, चाहे पंजाबी च कोई अखान सुन लो या किसी अंग्रेज़ का फरमान सुन लो, यानी कि उहदे वल्लों कही गई कोई गल होवे तो पंजाबी च एक अखान है कि माया तेरे तिन नाम परसू परसा परसराम। बई मतलब इहदा भी उही है जो किसी अंग्रेज़ ने कहा। अंग्रेज़ साहब ने की कहा, कहते ना बीवी ना बच्चा ना बाप बड़ा ना भैया, द होल थिंग इज़ दैट कि भैया सबसे बड़ा रुपया। खैर इस अंग्रेज़ नूं पंजाबी भी आती सी, हिंदी भी आती सी। चलो खैर ये गल रही थोड़े जे हासे मजाक दी, लेकिन जिहड़ा साडा अज दा टॉपिक है, जिहड़ा साडा अज दा मसला है इस प्रोग्राम दे विच जिहदे ते असीं विचार चर्चा करनी, वो बड़ा ही गंभीर है। गल चली सी कि माया तेरे तिन नाम परसू परसा परसराम। बई इंसान की जिहड़ी कह लो स्टेटस है ना, ਉਹਦੇ पैसे दे नाल जरूर नापिया जाता है। ਉਹੀ आदमी ਜਦੋਂ ਉਹਦੇ ਕੋਲ पैसा नहीं है तो ਉਹਨੂੰ ਲੋਕੀ ओए ਕਹਿੰਦੇ है, तो ਜਦੋਂ ਉਹਦੇ ਕੋਲ पैसा आ जाता है तो फिर ਉਹਨੂੰ परसराम भी कहते हैं, है ना। सो ये ਜਿਹੜਾ परस है ना, ਇਹਦਾ बड़ा ख्याल रखना पैंदा है। पुराने ਸਮਿਆਂ ਦੇ ਵਿੱਚ ਲੋਕਾਂ ਕੋਲ ਜਿਹੜੇ ਪੈਸੇ ਹੁੰਦੇ ਸੀ ਉਹ ਕਿਧਰੇ घर की तजूरी ਦੇ ਵਿੱਚ ਰੱਖਦੇ ਸੀ, लेकिन बाद ਦੇ ਵਿੱਚ ਉਹ ਬੈਂਕਿੰਗ सिस्टम आया। ਬੈਂਕਿੰਗ सिस्टम ਦੇ ਵਿੱਚ ਲੋਕਾਂ ਨੂੰ ਕੁਝ ਪੈਸੇ ਜਿਹੜੇ ਆ ਉਹ ਸਰਕਾਰ ਵੱਲੋਂ ਮਿਲਣੇ ਸ਼ੁਰੂ ਹੋਏ। ਸਮਾਂ ਬਦਲਦਾ ਗਿਆ, ਵਿਆਜ ਵੀ ਵੱਧਦੇ ਗਏ, लेकिन एक दौर ਹੁਣ ਇਸ ਤਰ੍ਹਾਂ ਦਾ ਆ ਗਿਆ ਕਿ ਲੋਕਾਂ ਦਾ ਬੈਂਕਾਂ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ, ਕਿਉਂਕਿ ਬੈਂਕਾਂ ਦੇ ਵਿੱਚ ਬਹੁਤ ਸਾਰੇ ਘੁਟਾਲੇ ਹੋਣ ਲੱਗ ਗਏ, ਘਪਲੇ ਹੋਣ ਲੱਗ ਗਏ। ਭਾਰਤ ਜਿਹੜਾ ਕਿ ਬੈਂਕਿੰਗ ਸੈਕਟਰ ਦੇ ਵਿੱਚ ਕਾਫੀ ਮਜ਼ਬੂਤ ਸੀ, ਅੱਜ ਉਹਦੀ ਕੀ ਦਸ਼ਾ ਹੈ, ਕੀ ਹਾਲਾਤ ਹੈ, ਲੋਕਾਂ ਨੂੰ ਬੈਂਕਾਂ ਦੇ ਉੱਤੇ ਕਿੰਨਾ ਵਿਸ਼ਵਾਸ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੈਂਕ ਨੇ ਉਹ ਕਾਰਪੋਰੇਟ ਘਰਾਣਿਆਂ ਦੇ ਕੋਲ ਜਾ ਰਹੇ ਨੇ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਨੀ ਹੈ, ਤੇ ਇਸ ਵਿਚਾਰ ਚਰਚਾ ਦੇ ਲਈ ਅਸੀਂ ਆਪਣੇ ਐਕਸਪਰਟ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਰਾਹੀਂ ਸ਼ਾਮਿਲ ਕੀਤਾ, ਤੇ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਡਾਕਟਰ ਰਾਜੀਵ ਖੋਸਲਾ ਜੀ, ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਨੇ DAV ਇੰਸਟੀਚਿਊਟ ਆਫ ਮੈਨੇਜਮੈਂਟ ਦੇ ਚੰਡੀਗੜ੍ਹ 'ਚ। डॉक्टर साहब तुहाडा बहुत बहुत स्वागत है जी साडे प्रोग्राम पंजाब चर्चा च। मेहरबानी जी, बहुत बहुत जी। डॉक्टर साहब सब तो पहले तो मैं काफ़ी गल्लां अपने दर्शकों के नाल सांझियां कीतियां, उम्मीद है तुसीं भी सुनिया होणगियां। उस तो बाद हुण तुसीं सानूं ये दसो सब तो पहले कि इंडिया का जिहड़ा बैंकिंग सिस्टम है, जिहड़ी बैंकिंग प्रणाली है, वो किन्नी कुछ मजबूत है इस वेले, और इहदी शुरुआत तो लैके हुण तक दा थोड़ा जिहा सफ़र जे साडे नाल साझा करो तुसीं। बैंकिंग जिहड़ा खेतर है साडा, ਇਹਦੇ 'ਚ ਕੋਈ ਦੋ ਰਾਏ नहीं भी हिंदुस्तान ਦਾ बैंकिंग खेतर बहुत मजबूत है। ਤੇ ਜਦੋਂ 2008 ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਸੰਕਟ ਆਇਆ ਸੀ ਜਿਹੜਾ ਅਮਰੀਕਾ ਤੋਂ ਚੱਲਿਆ ਸੀ, ਤਾਂ ਸਾਡਾ ਜਿਹੜਾ ਹਿੰਦੁਸਤਾਨ ਦਾ ਅਰਥਚਾਰਾ ਹੈ ਉਹਦੇ ਨਾਲ ਬਹੁਤਾ ਪ੍ਰਭਾਵਿਤ ਨਹੀਂ ਹੋਇਆ। ਉਹਦਾ ਕਾਰਨ ਇਹ ਸੀ ਕਿ ਸਾਡੇ ਬੈਂਕ ਜਿਹੜੇ ਸੀ ਸਟਰੋਂਗ ਸੀਗੇ, ਔਰ ਬੜੀ ਮਜ਼ਬੂਤੀ ਦੇ ਨਾਲ ਬੈਂਕਾਂ ਨੇ ਸਾਡਾ ਲੋਕਾਂ ਨੂੰ ਸਹਾਰਾ ਦਿੱਤਾ ਰੱਖਿਆ। ਜਿਹੜੀ ਹੁਣ ਤੁਸੀਂ ਬੈਂਕਿੰਗ ਪ੍ਰਣਾਲੀ ਦੀ ਗੱਲ ਕੀਤੀ ਹੈ, ਜਾਂ ਬਈ ਪੁਰਾਣੇ ਜੇ ਆਪਾਂ ਸ਼ੁਰੂ ਤੋਂ ਦੇਖੀਏ ਤਾਂ ਜਿਹੜਾ ਬੈਂਕਿੰਗ ਸੈਕਟਰ ਹੈ ਇਹ ਕਿੱਥੋਂ ਦੀ ਚੱਲਿਆ ਆ ਰਿਹਾ ਹੈ ਜਾਂ ਕਿੱਦਾਂ ਚੱਲਿਆ ਆ ਰਿਹਾ, ਇਹਦੇ 'ਚ ਕੀ ਚੇਂਜਸ ਆਈਆਂ, ਤਾਂ ਪਹਿਲਾਂ ਤਾਂ ਮੈਂ ਤੁਹਾਡੇ ਨੌਲੇਜ ਦੇ ਵਿੱਚ ਇਹ ਚੀਜ਼ ਲੈ ਕੇ ਆਉਣਾ ਚਾਹੁੰਦਾ ਜੀ ਵੀ ਜਿਹੜਾ ਸਰਕਾਰਾਂ ਜਿਹੜਾ ਸਾਡਾ ਓਰੀਜਨਲੀ 1900 'ਚ ਅਸੀਂ 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਦੋਂ ਦੇਖਦੇ ਹਾਂ ਤਾਂ ਸਾਰਾ ਜਿਹੜਾ ਫੋਕਸ ਰਿਹਾ ਨਾ ਸਰਕਾਰ ਦਾ ਉਸ ਵੇਲੇ, ਉਹ ਸੀਗਾ ਬਈ ਅਸੀਂ ਨੈਸ਼ਨਲਾਈਜੇਸ਼ਨ ਦੇ ਉੱਤੇ ਹੈ, ਰਾਸ਼ਟਰੀਕਰਨ ਦੇ ਉੱਤੇ ਸੀ। ਬਿਲਕੁਲ ਠੀਕ ਹੈ ਜੀ। ਤੇ ਮਤਲਬ ਬੈਂਕਿੰਗ ਸੈਕਟਰ ਤਾਂ ਬਹੁਤ ਬਾਅਦ 'ਚ ਆਇਆ। 1953 ਤੋਂ ਲੈ ਕੇ ਹੀ ਮਤਲਬ ਉਸ ਵੇਲੇ ਸਰਕਾਰ ਨੇ, ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀਗੇ ਉਸ ਵੇਲੇ ਦੇ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਰਾਸ਼ਟਰੀਕਰਨ ਦੇ ਉੱਤੇ ਫੋਕਸ ਰੱਖਿਆ। ਔਰ ਉੱਥੇ ਦੇ ਜਿਹੜੇ ਉਸ ਵੇਲੇ ਦੇ ਵੱਡੇ ਸਨਅਤਕਾਰ ਸੀਗੇ, ਤੁਸੀਂ ਦੇਖੋ ਵੀ JRD ਟਾਟਾ, ਜੌਨ ਮਥਈ, ਲਾਲਾ ਸ਼੍ਰੀ ਰਾਮ, ਇਹ ਉਹ ਬੰਬੇ ਪਲਾਨ ਜਿਹੜਾ 1944 ਦੇ ਵਿੱਚ ਬਣਿਆ ਸੀ, ਉਹਦੇ ਆਧਾਰ ਤੇ ਇਹਨਾਂ ਨੇ ਪਹਿਲਾਂ ਹੀ ਸਰਕਾਰ ਨੂੰ ਕਹਿ ਦਿੱਤਾ ਸੀ ਬਈ ਸਾਡੇ ਤੋਂ ਨਹੀਂ ਕੰਮ ਹੋਣਾ, ਸਾਡੇ ਕੋਲ ਜਿਹੜੇ ਕੈਪੀਟਲ ਦੀ ਪੂੰਜੀ ਦੀ ਕਮੀ ਰਹਿਣੀ ਹੈ, ਤਾਂ ਤੁਸੀਂ ਸਰਕਾਰ ਵੱਡੀਆਂ ਜਿਹੜੀਆਂ ਪ੍ਰੋਜੈਕਟਸ ਲੱਗਣੇ ਆ ਹਿੰਦੁਸਤਾਨ 'ਚੋਂ ਤੁਸੀਂ ਕਰੋਗੇ ਕੰਮ। ਤਾਂ ਉਸ ਲੀਗ ਦੇ ਵਿੱਚ ਸਰਕਾਰਾਂ ਨੇ ਕੀ ਕੀਤਾ ਜੀ, ਸਾਰੇ ਪਹਿਲਾਂ ਸਰਕਾਰ ਨੇ ਜਿਹੜੀ ਉਸਾਰੀ ਕੀਤੀ ਹੈ ਵੱਡੇ ਵੱਡੇ ਪ੍ਰੋਜੈਕਟਾਂ ਦੀ,
ਠੀਕ ਹੈ ਜੀ। ਜਿੰਨੇ ਵੀ ਵੱਡੇ ਪ੍ਰੋਜੈਕਟ ਲੱਗੇ ਆ ਉਹਨਾਂ ਦੀ 에ਅਰਲਾਈਨਸ ਤੋਂ ਸ਼ੁਰੂ ਹੋਇਆ। 1953 ਚ 에ਅਰਲਾਈਨ ਸੀਗੀ। 1956 ਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਜੀਵਨ ਬੀਮਾ ਨਿਗਮ LIC ਜਿਹੜੀ ਸੀ ਉਹਦਾ ਐਕਟ ਬਣਾਇਆ ਜੀ। ਜਿਹੜੀਆਂ ਸੁਸਾਇਟੀ ਸੀਗੀਆਂ ਉਹਦੇ ਅੰਡਰ ਉਹਨਾਂ ਨੂੰ ਇਕੱਠਾ ਕਰਕੇ LIC ਦੇ ਅੰਡਰ ਲੈ ਕੇ ਆਏ। ਉਸ ਵੇਲੇ ਕੋਲਾ ਖਾਨਾ ਹੋਈਆਂ 1971 ਦੇ ਵਿੱਚ, 1969 ਦੇ ਵਿੱਚ 14 ਬੈਂਕ, 1980 ਦੇ ਵਿੱਚ ਫਿਰ 6 ਬੈਂਕ। ਇਹ ਸਾਰਾ ਜਿਹੜਾ ਕੰਮ ਚੱਲ ਰਿਹਾ ਸੀ ਉਸ ਵੇਲੇ ਇਹ ਰਾਸ਼ਟਰੀਕਰਨ ਵੱਲ ਚੱਲ ਰਿਹਾ ਸੀ। ਠੀਕ। ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਜਿਹੜਾ ਪਿੱਛੇ ਜੇ 1991 ਤੋਂ ਬਾਅਦ ਜਦੋਂ ਅਸੀਂ ਸੋ ਕਾਲਡ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੇ ਵਿੱਚ ਜਦੋਂ ਅਸੀਂ ਉਸ ਤੌਰ ਦੇ ਵਿੱਚ ਆ ਗਏ ਹਾਂ, ਸੰਸਾਰੀਕਰਨ ਦੇ ਵਿੱਚ ਆ ਕੇ ਅਸੀਂ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜ਼ੋਰ ਪਾ ਦਿੱਤਾ। ਸਾਡਾ ਜਿਹੜਾ ਸਾਰਾ ਫੋਕਸ ਹੋ ਗਿਆ ਵੀ ਨਹੀਂ ਜੀ ਅਸੀਂ ਉਹ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜ਼ਿਆਦਾ ਜਾਣਾ ਜੀ। ਤੇ ਇਹ ਹਜੇ ਤੱਕ ਦੀ ਜਿਹੜੀ ਅਸੀਂ ਜਰਨੀ ਕੀਤੀ ਹੈ। ਲੇਕਿਨ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਤਾਂ ਇੱਕ ਚੰਗਾ ਹੀ ਹੁੰਗਾਰਾ ਮਿਲਿਆ ਪ੍ਰਾਈਵੇਟ ਸੈਕਟਰ ਨੂੰ। ਬਹੁਤ ਮੋਟੇ ਤੌਰ ਤੇ ਸਰਕਾਰ ਨੇ ਪ੍ਰਾਈਵੇਟਾਈਜੇਸ਼ਨ ਕੀਤੀ ਹੈ ਤੇ ਜਿਹੜੇ ਬੈਂਕ ਹੌਲੀ ਹੌਲੀ ਮਨਮੋਹਨ ਸਿੰਘ ਸਰਕਾਰ ਹੌਲੀ ਹੌਲੀ ਕੰਮ ਕਰ ਰਹੀ ਸੀ, ਮੋਦੀ ਸਰਕਾਰ ਨੇ ਉਹਨਾਂ ਨੂੰ ਜ਼ਿਆਦਾ ਤੇਜ਼ੀ ਦੇ ਨਾਲ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਧੱਕਤਾ। ਅੱਛਾ ਡਾਕਟਰ ਸਾਹਿਬ, ਇੱਥੇ ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਰਾਸ਼ਟਰੀਕਰਨ ਤੋਂ ਪ੍ਰਾਈਵੇਟਾਈਜੇਸ਼ਨ ਵੱਲ ਆਖਿਰਕਾਰ ਸਰਕਾਰ ਨੂੰ ਕਿਉਂ ਮੁੜਨਾ ਪਿਆ? ਦੇਖੋ ਜੀ, ਇਹਦੇ ਕਈ ਕਾਰਨ ਨੇ। ਜਿਹੜੀ ਗਵਰਨਮੈਂਟ ਜਿਹੜੀ ਪ੍ਰਾਈਵੇਟਾਈਜੇਸ਼ਨ ਵੱਲ ਗਈ ਹੈ ਜੀ, ਇਹਦਾ ਇੱਕ ਪ੍ਰਮੁੱਖ ਕਾਰਨ ਇਹ ਹੈ ਕਿ ਸਾਡੀਆਂ ਜਿਹੜੀਆਂ ਨੀਤੀਆਂ ਨੇ, ਬੈਂਕਾਂ ਦੇ ਵਿੱਚ ਪੈਸਾ ਤਾਂ ਸਾਡਾ ਹੀ ਪਿਆ ਨਾ ਜੀ। ਬਿਲਕੁਲ ਠੀਕ। ਹੋਇਆ ਕੀ ਹੈ ਕਿ ਬੈਂਕਾਂ ਦੇ ਨਾਲ ਪਿਛਲੇ ਦਿਨੀ ਫਰਾਡ ਵੱਧ ਗਏ। ਬਿਲਕੁਲ। ਜਦੋਂ ਅਸੀਂ ਦੇਖਦੇ ਪਹਿਲਾਂ PNC ਬੈਂਕ ਦਾ ਆਇਆ ਇੱਕ ਘੁਟਾਲਾ, ਫਿਰ ਯੈਸ ਬੈਂਕ ਦਾ ਆਇਆ, ਲక్ష్ਮੀ ਵਿਲਾਸ ਬੈਂਕ ਦਾ ਆਇਆ ਤੇ ਇੱਕ ਛੋਟਾ ਜਿਹਾ ਇੱਕ ਹੋਰ ਵੀ ਬੈਂਕ ਹੈ ਡੈਕਨ ਅਰਬਨ ਕੋਆਪਰੇਟਿਵ ਬੈਂਕ, ਜਿਹੜਾ ਬਹੁਤਾ ਅਖਬਾਰਾਂ ਦੇ ਵਿੱਚ ਨਹੀਂ, ਕਿਸੇ ਨੇ ਚੱਕਿਆ, ਬਹੁਤੀਆਂ ਅਖਬਾਰਾਂ ਨੇ ਉਹਨੂੰ ਨਹੀਂ ਤਵੱਜੋ ਦਿੱਤੀ। ਲੇਕਿਨ ਪਿਛਲੇ 2 ਸਾਲ ਦੇ ਵਿੱਚ ਇਹ ਹੋਇਆ। ਉਸ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਨੀਤੀਆਂ ਨੇ ਨਾ ਜੀ, ਸਾਡੀਆਂ ਨੀਤੀਆਂ ਏਦਾਂ ਦੀਆਂ ਰਹੀਆਂ ਨੇ ਵੀ ਜੇ ਅਸੀਂ ਇਤਿਹਾਸ ਤੋਂ ਚੱਲੀਏ, ਮੈਂ ਥੋੜਾ ਜਿਹਾ ਪਹਿਲਾਂ ਤੋਂ ਤੁਹਾਨੂੰ ਮੁੜ ਕੇ ਇੱਕ ਵਾਰੀ ਇਤਿਹਾਸ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ। 19 ਸਰਕਾਰਾਂ ਨੇ DFIs ਬਣਾਈਆਂ ਸੀ, ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਬਣਾਈਆਂ ਸੀ। 1948 ਦੇ ਵਿੱਚ ਇੰਡਸਟਰੀਅਲ ਫਾਈਨਾਂਸ ਕਾਰਪੋਰੇਸ਼ਨ ਆਫ ਇੰਡੀਆ ਬਣੀ ਸੀ। ਉਸ ਤੋਂ ਬਾਅਦ IDBI ਬਣੀ, ਉਸ ਤੋਂ ਬਾਅਦ ਜੀ ICICI ਬਣੀ। ਇਹ ਜਿਹੜੀਆਂ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬਣਾਈਆਂ ਸੀ ਸਰਕਾਰਾਂ ਨੇ ਇਸ ਕਰਕੇ ਬਣਾਈਆਂ ਸੀ ਕਿ ਜਿਹੜਾ ਵੱਡੇ ਲੈਵਲ ਦਾ ਜਿਹੜਾ ਵਿੱਤ ਹੈ, ਵੀ ਬੈਂਕਾਂ ਜਿਹੜੀਆਂ ਬੈਂਕਸ ਇੰਨਾ ਪ੍ਰੀਪੇਅਰਡ ਨਹੀਂ ਸੀਗੀਆਂ। ਬੈਂਕ ਕੋਲ ਜਿਹੜੇ ਬੈਂਕ EMPLOYEES ਨੇ ਉਹ ਰਿਟੇਲ ਲੈਂਡਿੰਗ ਕਰਦੇ ਸੀ। ਤੁਹਾਨੂੰ ਔਰ ਮੈਨੂੰ ਜਿਹੜਾ ਕੋਈ ਐਜੂਕੇਸ਼ਨ ਲੋਨ ਦੇ ਲਈ ਪੈਸਾ ਚਾਹੀਦਾ, ਕੋਈ ਕਾਰ ਗੱਡੀ ਖਰੀਦਣ ਦੇ ਲਈ ਪੈਸਾ ਚਾਹੀਦਾ, ਤੇ ਇਹ ਪੈਸੇ ਜਿਹੜੇ ਸੀਗੇ ਬੈਂਕਾਂ ਦਿੰਦੀਆਂ ਸੀ ਸਾਨੂੰ। ਵੱਡੇ ਲੈਵਲ ਦਾ ਜਿਹੜਾ ਬੈਂਕ ਉਹ DFIs ਦਿੰਦੀਆਂ, ਵੱਡੇ ਲੈਵਲ ਦਾ ਜਿਹੜਾ ਵਿੱਤ ਹੈ ਉਹ DFIs ਪ੍ਰੋਵਾਈਡ ਕਰਦੀਆਂ ਸੀ। ਠੀਕ। 1997 ਤੋਂ ਬਾਅਦ ਕੀ ਹੋਇਆ, DFIs ਦਾ ਜਿਹੜੀ ਵਰਤੋਂ ਹੈ ਉਹ ਘਟ ਗਈ। DFIs ਨੂੰ ਸਰਕਾਰਾਂ ਨੇ ਬੈਂਕਾਂ ਦੇ ਵਿੱਚ ਮਰਜ ਕਰਤਾ, IDBI ਨੂੰ ਪ੍ਰਾਈਵੇਟ ਕਰਤਾ, ਇਹਨਾਂ ਨੂੰ ਪ੍ਰਾਈਵੇਟ ਕਰਤਾ। DFIs ਨੂੰ ਜਿਹੜੀ IFCI, IDBI, ICICI ਸਭ ਪ੍ਰਾਈਵੇਟ ਕਰਕੇ ਵੇਚਦੀਆਂ ਇਹ। ਤੇ ਉਹਦੇ ਨਾਲ ਕੀ ਹੋਇਆ, ਬੈਂਕਾਂ ਨੂੰ ਲੋਨ ਦੇਣੇ ਪੈ ਗਏ ਵੱਡੇ ਲੈਵਲ ਵਾਲੇ, ਔਰ ਬੈਂਕ ਪ੍ਰੀਪੇਅਰਡ ਨਹੀਂ ਸੀ ਇਹ ਲੋਨ ਦੇਣ ਨੂੰ। ਜਦੋਂ ਤੁਸੀਂ ਦੇਖੋ, ਮੈਂ ਇੱਕ ਟੀਚਿੰਗ ਦੇ ਤੌਰ ਤੇ ਮੈਂ ਇੱਕ ਸਬਜੈਕਟ ਪੜ੍ਹਾ ਰਿਹਾ, ਜਦੋਂ ਮੈਂ ਉਸ ਸਬਜੈਕਟ ਨੂੰ ਮੇਰੀ ਹੋਲਡ ਹੈਗਾ, ਉਸ ਦੇ ਉੱਤੇ ਮੇਰੀ ਪ੍ਰੋਫੈਸ਼ਨਲਿਜ਼ਮ ਹੈਗਾ, ਉਹਦੇ 'ਚ ਮੈਂ ਉਹ ਸਬਜੈਕਟ ਪੜ੍ਹਾ ਸਕਦਾ। ਮੈਨੂੰ ਕੋਈ ਹੋਰ ਸਬਜੈਕਟ ਸਾਇੰਸ ਦਾ ਦੇ ਦਿੱਤਾ ਜਾਵੇ, ਇਕਨੋਮਿਕਸ ਵਾਲੇ ਨੂੰ, ਅਰਥਚਾਰੇ ਵਾਲੇ ਨੂੰ ਸਾਇੰਸ ਦਾ ਸਬਜੈਕਟ ਪੜ੍ਹਾਉਣ ਨੂੰ ਦੇ ਦਿਓ, ਮੈਂ ਉਹਦੇ ਨਾਲ ਜਸਟਿਸ ਨਹੀਂ ਕਰ ਸਕਦਾ। ਅੱਛਾ ਡਾਕਟਰ ਸਾਹਿਬ, ਇੱਥੇ ਤੁਸੀਂ ਕਿਹਾ ਕਿ ਸਰਕਾਰਾਂ ਨੇ ਉਹਨਾਂ ਅਦਾਰਿਆਂ ਨੂੰ ਪ੍ਰਾਈਵੇਟ ਕਰ ਦਿੱਤਾ, ਕੀ ਇੱਥੇ ਅਸੀਂ ਇਹ ਮੰਨੀਏ ਕਿ ਸਰਕਾਰ ਦੀ ਗਲਤੀ ਸੀ ਜਾਂ ਸਰਕਾਰ ਨੇ ਜਾਣਬੁੱਝ ਕੇ ਇਹੋ ਜਿਹੀ ਚੀਜ਼ ਕੀਤੀ, ਜਾਂ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਕਿ ਉਹਨਾਂ ਨੂੰ ਪ੍ਰਾਈਵੇਟ ਕਰਨਾ ਪਿਆ? ਨਹੀਂ, ਇਹ ਹਾਲਾਤ ਬਣ ਗਏ ਸੀਗੇ ਇੱਦਾਂ ਦੇ ਕਿ ਸਰਕਾਰ ਕੋਲ ਹੋਰ ਚਾਰਾ ਕੋਈ ਨਹੀਂ ਸੀ। ਜਿਹੜਾ DFIs ਦੇ ਵਿੱਚ ਪੈਸਾ ਆਉਂਦਾ ਸੀ ਨਾ, ਜਿਹੜਾ ਪਹਿਲਾਂ DFIs ਦੇ ਵਿੱਚ ਪੈਸਾ, ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਵਿੱਚ ਜਿਹੜਾ ਪੈਸਾ ਆਉਂਦਾ ਸੀ, ਸਰਕਾਰਾਂ ਆਪ ਪਾਉਂਦੀਆਂ ਸੀ ਹੌਲੀ। ਔਰ ਜਿਹੜੇ ਇਹ ਵੱਡੇ ਲੈਵਲ ਦਾ ਪੈਸਾ ਸੀ, ਸਰਕਾਰ ਪੈਸਾ ਪ੍ਰੋਵਾਈਡ ਕਰਦੀ ਸੀ, ਸਸਤਾ ਰੇਟ ਸੀਗਾ, ਕੰਮ ਚੱਲੀ ਜਾਂਦਾ ਸੀ। ਬੈਂਕਾਂ ਦੇ ਵਿੱਚ ਜਦੋਂ ਸਾਡਾ ਅਸੀਂ ਸੰਸਾਰੀਕਰਨ ਵੱਲ ਨੂੰ ਚੱਲ ਪਏ ਆ, ਇਹ ਤਾਂ ਬੈਂਕਾਂ ਦੇ ਵਿੱਚ ਔਰ ਵਿੱਤੀ ਸੰਸਥਾਨਾਂ ਦੇ ਵਿੱਚ ਜਿਹੜਾ ਫਰਕ ਸੀ ਉਹ ਖਤਮ ਹੋ ਗਿਆ ਵਿਆਜ ਦਾ। ਤਾਂ ਬੈਂਕਾਂ ਨੂੰ ਸਰਕਾਰਾਂ ਨੇ ਬੈਂਕਾਂ ਨੂੰ ਪੈਸਾ ਦੇਣਾ ਬੰਦ ਕਰ ਦਿੱਤਾ। ਸਰਕਾਰਾਂ ਦਾ ਪੈਸਾ ਤਾਂ ਬੈਂਕਾਂ 'ਚ ਹੈ ਨਹੀਂ, ਇਹ ਤਾਂ ਲੋਕਾਂ ਦਾ ਪੈਸਾ ਹੈ ਬੈਂਕਾਂ ਦੇ ਵਿੱਚ।
ਠੀਕ ਹੈ ਨਾ ਜੀ। ਹੁਣ ਲੋਕਾਂ ਦਾ ਪੈਸਾ, ਹੁਣ ਤੁਸੀਂ ਧਿਆਨ ਨਾਲ ਸੁਣਨਾ ਜੀ, ਦੇਖੋ ਵੀ ਲੋਕਾਂ ਦਾ ਪੈਸਾ, ਤੁਸੀਂ ਔਰ ਮੈਂ ਆਪਣਾ ਪੈਸਾ ਬੈਂਕ 'ਚ ਰੱਖਦੇ ਇੱਕ ਕਿਸੇ ਵੀ ਬੈਂਕ ਦੇ ਵਿੱਚ, ਚਾਹੇ ਉਹ ਨਿੱਜੀ ਖੇਤਰ ਦਾ, ਚਾਹੇ ਉਹ ਇਹਦਾ ਪਬਲਿਕ ਸੈਕਟਰ ਦਾ ਬੈਂਕ ਹੈਗਾ, ਉਹ ਪੈਸਾ ਲੋਨ ਦੇ ਤੌਰ ਤੇ ਚਲਾ ਜਾਂਦਾ ਅੱਗੇ। ਠੀਕ। ਹੁਣ ਜੇ ਉਹ ਬੰਦਾ ਜਿਹਨੇ ਲੋਨ ਲਿੱਤਾ ਹੈ, ਚਾਹੇ ਉਹ ਵਿਜੇ ਮਾਲੀਆ ਹੈ, ਚਾਹੇ ਉਹ ਨੀਰਵ ਮੋਦੀ ਹੈ, ਚਾਹੇ ਜਿੰਨੇ ਵੀ ਸਾਡੇ ਨਾਲ ਇਹ ਕੇਸਿਸ ਹੋਏ ਨੇ, ਜੇ ਉਹ ਬੰਦੇ ਪੈਸੇ ਲੈ ਕੇ ਚਲੇ ਜਾਂਦੇ ਨੇ ਤਾਂ ਕੀ ਹੁੰਦਾ ਕਿ ਉਹ ਸਾਡਾ ਪੈਸਾ ਸੀ, ਤੁਹਾਡਾ ਔਰ ਮੇਰਾ ਪੈਸਾ ਸੀ, ਜਿਹੜਾ ਬੈਂਕਾਂ ਨੇ ਜਨਧਨ ਤੋਂ 2-2 4-4 ਰੁਪਈਏ, 50-50, 100-100, 500 ਕਰਕੇ ਇਕੱਠਾ ਕੀਤਾ ਜੀ। ਉਹ ਪੈਸਾ ਇਕੱਠਾ ਕਰਕੇ ਵੱਡੇ ਬੈਂਕ 'ਚ ਗਿਆ, ਵੱਡੇ ਬੈਂਕ ਦਾ ਫਰਾਡ ਹੋ ਗਿਆ, ਉਹ ਬੰਦਾ ਲੈ ਕੇ ਦੌੜ ਗਿਆ। ਹੁਣ ਠੀਕ ਹੈ ਜੀ, ਹੁਣ ਹੋਇਆ ਕਿ ਸਰਕਾਰ, ਉਹ ਬੈਂਕ ਦੇ ਤਾਂ ਖਾਤੇ 'ਚ ਖੜਾ ਹੈ ਨਾ ਪੈਸਾ, ਬਿਲਕੁਲ, ਉਹ ਚਾਹੇ 5000 ਕਰੋੜ ਦਾ ਘੁਟਾਲਾ ਹੋਇਆ, ਚਾਹੇ 2000 ਦਾ ਹੋਇਆ, ਚਾਹੇ 100 ਰੁਪਈਏ ਦਾ ਘੁਟਾਲਾ ਹੋਇਆ, ਉਹ ਤਾਂ ਬੈਂਕ ਦੇ ਖਾਤੇ 'ਚ ਖੜ ਗਿਆ। ਜਦੋਂ ਉਹ ਘੁਟਾਲੇ ਦੇ ਉਹ ਬੈਂਕ ਦੇ ਖਾਤੇ 'ਚ ਖੜ ਗਿਆ ਤਾਂ ਸਰਕਾਰ ਨੂੰ ਰਾਈਟ ਆਫ ਕਰਨਾ, ਉਸ ਪੈਸੇ ਨੂੰ ਕਿਸੇ ਤਰੀਕੇ ਦੇ ਨਾਲ ਰਾਈਟ ਆਫ ਕਰਨਾ, ਬੈਂਕਾਂ ਨੂੰ ਇੱਦਾਂ ਤਾਂ ਰੱਖਣਾ ਨਹੀਂ। ਤਾਂ ਉਹ ਪੈਸਾ ਜਿਹੜਾ ਹੈ ਸਰਕਾਰ, ਹੁਣ ਦੂਜੇ ਪਾਸੇ ਤੁਸੀਂ ਔਰ ਮੈਂ ਟੈਕਸ ਦਿੰਦੇ ਹਾਂ ਜੀ। ਹਿੰਦੁਸਤਾਨ ਇੱਕ ਇੱਦਾਂ ਦਾ ਅਰਥਚਾਰ ਹੈ ਜਿੱਥੇ ਸਭ ਤੋਂ ਵੱਧ ਟੈਕਸ ਲੱਗਦੇ ਕੰਜ਼ੰਪਸ਼ਨ ਦੇ ਉੱਤੇ, ਜਿੰਨਾ ਟੈਕਸ ਹਿੰਦੁਸਤਾਨ 'ਚ ਲੱਗਦਾ ਪੂਰੀ ਦੁਨੀਆ 'ਚ ਕਿਸੇ ਮੁਲਕ 'ਚ ਨਹੀਂ ਲੱਗਦਾ। ਸਰਕਾਰ ਨੇ ਜਿਹੜਾ ਪੈਸਾ ਉੱਥੋਂ ਤੁਹਾਡੇ ਔਰ ਮੇਰੇ ਤੋਂ ਜਿਹੜਾ ਪੈਸਾ ਟੈਕਸ ਦੇ ਤੌਰ ਤੇ ਇਕੱਠਾ ਕੀਤਾ, ਉਸੇ ਪੈਸੇ ਨੂੰ ਸਰਕਾਰ ਨੇ ਫਿਰ ਬੈਂਕ ਨੂੰ ਪ੍ਰੋਵਾਈਡ ਕਰਤਾ। ਠੀਕ। ਇਹ ਦੋਨੋਂ ਪਾਸਿਓਂ ਦੇਖੋ ਨਾ, ਤੁਸੀਂ ਦੇਖੋ ਵੀ ਅਸੀਂ ਦੋਨੋਂ ਪਾਸੇ ਫਸੇ ਹੋਏ ਹਾਂ, ਆਮ ਜਨਤਾ ਦੋਨੋਂ ਪਾਸੇ ਫਸੀ, ਸਰਕਾਰ ਨੂੰ ਕੀ ਨੁਕਸਾਨ ਹੈ? ਸਰਕਾਰ ਨੂੰ ਪਹਿਲਾਂ ਉਹ ਬੰਦਾ ਫਰਾਡ ਕਰ ਗਿਆ, ਬੈਂਕ ਦੇ ਵਿੱਚ ਪੈਸਾ ਖੜਾ, ਸਰਕਾਰ ਨੇ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਬੰਦੇ ਤੇ, ਠੀਕ ਹੈ ਜੀ। ਸਰਕਾਰ ਨੇ ਐਕਸ਼ਨ ਕੀ ਲਿੱਤਾ? ਤੁਹਾਡਾ ਔਰ ਮੇਰਾ ਜਿਹੜਾ ਟੈਕਸਾਂ ਦਾ ਪੈਸਾ ਸੀਗਾ, ਐਤਕੀ ਦੇ ਬਜਟ ਦੇ ਵਿੱਚ ਸਰਕਾਰ ਨੇ 20000 ਕਰੋੜ ਰੁਪਈਏ ਦੀ ਪ੍ਰੋਵੀਜ਼ਨਿੰਗ ਕੀਤੀ ਹੈ ਵੀ 20000 ਕਰੋੜ ਰੁਪਈਆ ਸਰਕਾਰ ਇਹਨਾਂ ਬੈਂਕਾਂ ਨੂੰ ਦੇਗੀ, ਕਿਉਂਕਿ ਇਹਨਾਂ ਦੇ ਨਾਨ ਪਰਫਾਰਮਿੰਗ ਐਸਟ ਬਹੁਤ ਵੱਧ ਰਹੇ। ਨਾਨ ਪਰਫਾਰਮਿੰਗ ਐਸਟ ਕੀ ਹੈ? ਅੱਛਾ ਡਾਕਟਰ ਸਾਹਿਬ, ਇੱਥੇ ਜੇ ਅਸੀਂ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਸਮਝੀਏ ਕਿ ਬਹੁਤ ਸਾਰੇ ਲੋਕਾਂ ਨੇ ਫਰਾਡ ਕੀਤੇ ਔਰ ਸਰਕਾਰਾਂ ਦੇ ਹੱਥ ਵੱਸ ਜਿਹੜਾ ਉਹ ਬੈਂਕਾਂ ਨੂੰ ਸੰਭਾਲਣਾ ਨਹੀਂ ਰਿਹਾ, ਤੇ ਸਰਕਾਰ ਨੇ ਆਪਣੇ ਗਲੋਂ ਇਸ ਚੀਜ਼ ਨੂੰ ਲਾਉਣ ਵਾਸਤੇ ਉਹ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਕਿ ਪ੍ਰਾਈਵੇਟ ਜਿਹੜੇ ਕਾਰਪੋਰੇਟ ਘਰਾਣੇ ਹੋਣਗੇ ਜਾਂ ਜਿਹੜੇ ਵੀ ਉਹ ਕਾਰਪੋਰੇਟ ਹੋਣਗੇ ਉਹਨਾਂ 'ਤੇ ਚੰਗੀ ਤਰੀਕੇ ਦੇ ਨਾਲ ਨਜ਼ਰ ਰੱਖਣਗੇ, ਪਕੜ ਰੱਖਣਗੇ ਅਤੇ ਬੈਲੈਂਸ ਕਰਕੇ ਰੱਖਣਗੇ। ਕੀ ਇਹ ਸੋਚ ਹੈ? ਨਹੀਂ, ਬਿਲਕੁਲ ਨਹੀਂ ਹੋਏਗਾ ਜੀ। ਤੁਸੀਂ ਮੈਨੂੰ ਦੱਸੋ ਵੀ ਪ੍ਰਾਈਵੇਟ ਸੈਕਟਰ ਵਾਲੇ ਇਹਨਾਂ ਨਾਲ ਘੁਟਾਲਾ ਨਹੀਂ ਹੋਇਆ? ਯੈਸ ਬੈਂਕ ਪ੍ਰਾਈਵੇਟ ਸੈਕਟਰ ਦੇ ਸੀ। ICICI ਬੈਂਕ ਦੇ ਉਹ ਜਿਹੜੇ ਚੰਦਾ ਕੋਚਰ ਦਾ ਘੁਟਾਲਾ ਹੈਗਾ, ਚੰਦਾ ਕੋਚਰ ਦਾ ਵੀਡੀਓਕਾਨ ਨੂੰ ਜਿਹੜੀ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਲੋਨ, ਕਿਆ ਉਹ ਪ੍ਰਾਈਵੇਟ ਸੈਕਟਰ ਦਾ ਘੁਟਾਲਾ ਨਹੀਂ ਹੈਗਾ? ਤਾਂ ਇਹ ਗੱਲ ਨਹੀਂ ਹੈਗੀ ਵੀ ਪ੍ਰਾਈਵੇਟ ਸੈਕਟਰ 'ਚ ਅੱਜ ਲక్ష్ਮੀ ਵਿਲਾਸ ਬੈਂਕ ਦਾ ਪ੍ਰਾਈਵੇਟ ਸੈਕਟਰ ਦਾ ਘੁਟਾਲਾ, ਇਹ ਗੱਲ ਬਿਲਕੁਲ ਨਹੀਂ ਹੈਗੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਬੈਂਕ ਚੱਲ ਜਾਏਗੇ। ਇਟਸ ਆਲ ਟੂਗੇਦਰ ਅ ਮਿਥ। ਇਹ ਇੱਕ ਬਹੁਤ ਹੀ ਮਾੜੀ ਧਾਰਨਾ ਹੈ ਜੇ ਸਰਕਾਰ ਨੇ ਇਸ ਚੀਜ਼ ਨੂੰ ਮੰਨਿਆ ਹੋਇਆ ਵੀ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਚੱਲ ਜਾਏਗਾ ਬੈਂਕ ਤਾਂ ਉਹ ਸੇਫ ਹੋ ਜਾਏਗਾ। ਬਿਲਕੁਲ ਨਹੀਂ, ਸਾਡੇ ਬੈਂਕ ਸੇਫ, ਸਾਡੇ ਲਈ ਸਮੱਸਿਆਵਾਂ ਖੜੀਆਂ ਹੋ ਜਾਣੀਆਂ, ਲੋਕਾਂ ਲਈ ਸਮੱਸਿਆ ਖੜੀ ਹੋਏਗੀ। ਇਹਨਾਂ ਨੂੰ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਨੇ ਮਹਿੰਗੀਆਂ ਮਿਲਣਗੀਆਂ। ਤੁਸੀਂ ਦੇਖੋ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਨੂੰ ਘੱਟੋ ਘੱਟ ਵੀ 10,000 ਰੁਪਈਆ ਰੱਖਣਾ ਪੈਂਦਾ ਰਿਜ਼ਰਵ ਹਰ ਮਹੀਨੇ। ਜੇ ਤੁਸੀਂ 10,000 ਰੁਪਈਆ ਮਿਨੀਮਮ ਬੈਲੈਂਸ ਮੇਨਟੇਨ ਨਹੀਂ ਕਰੋਗੇ ਤੁਹਾਨੂੰ ਜੁਰਮਾਨਾ ਪਏਗਾ। ਤੇ ਆਖਿਰਕਾਰ ਇਹ ਸਰਕਾਰਾਂ ਫਿਰ ਪ੍ਰਾਈਵੇਟਾਈਜੇਸ਼ਨ ਕਿਉਂ ਕਰ ਰਹੀਆਂ ਨੇ? ਸਰਕਾਰਾਂ ਆਪਣੇ ਗਲੋਂ ਦੀ ਸਮੱਸਿਆ ਲਾ ਰਹੀਆਂ ਬਾਰ ਬਾਰ ਔਰ ਪ੍ਰਾਈਵੇਟਾਈਜੇਸ਼ਨ ਸਿਰਫ ਬੈਂਕਿੰਗ ਦੀ ਨਹੀਂ ਹੈ ਜੀ। ਆਪਾਂ ਇਸ ਚੀਜ਼ ਨੂੰ ਵੀ ਦੇਖੀਏ ਨਾ ਜੀ ਵੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਕਿਆ ਉਹ ਸਿਰਫ ਬੈਂਕਿੰਗ ਸੈਕਟਰ ਦੇ ਤੱਕ ਰਿਸਟ੍ਰਿਕਟਡ ਹੈ? ਬਿਲਕੁਲ ਨਹੀਂ। ਸਰਕਾਰ ਇਹਦੀ ਇੰਸ਼ੋਰੈਂਸ ਸੈਕਟਰ ਦੇ ਵਿੱਚ ਚੱਲ ਗਈ। 49% ਤੋਂ ਸਰਕਾਰ ਨੇ ਹੁਣ 3-4 ਦਿਨ ਹੋਏ ਆ ਜੀ 74% ਦੀ RBI ਉਹਨੇ ਰਾਜ ਸਭਾ ਨੇ ਮਨਜ਼ੂਰੀ ਦੇ ਦਿੱਤੀ ਵੀ 74% ਤੱਕ ਬਾਹਰੋਂ ਪੈਸਾ ਆ ਸਕਦਾ ਇਹਦੇ ਵਿੱਚ। ਏਅਰਪੋਰਟਸ ਦੀ ਪ੍ਰਾਈਵੇਟਾਈਜੇਸ਼ਨ ਕਰ ਰਹੀ ਹੈ ਸਰਕਾਰ। ਇਸ ਤੋਂ ਪਹਿਲਾਂ BSNL ਦੇ ਨਾਲ ਪ੍ਰਾਈਵੇਟਾਈਜੇਸ਼ਨ ਕੀਤੀ ਹੈ, ਏਅਰ ਇੰਡੀਆ ਦੀ ਪ੍ਰਾਈਵੇਟਾਈਜੇਸ਼ਨ ਕੀਤੀ ਹੈ। ਸਰਕਾਰ ਤਾਂ ਦੋਨੋਂ ਹੱਥਾਂ ਦੇ ਨਾਲ, ਹੁਣ ਰੇਲਵੇਜ਼ ਦੀ ਤਿਆਰੀ ਹੋਈ ਹੈ, ਰੇਲਵੇ ਸਟੇਸ਼ਨ ਵਿਕਣੇ ਆ ਜਿਸ ਤਰ੍ਹਾਂ ਦੇ ਉੱਤੇ ਪ੍ਰਾਈਵੇਟ ਇਹ ਏਅਰਪੋਰਟ ਬਣੇ ਆ, ਉਸੇ ਤਰੀਕੇ ਦੇ ਨਾਲ ਹੁਣ ਰੇਲਵੇ ਸਟੇਸ਼ਨ ਬਣਨੇ ਸ਼ੁਰੂ ਹੋਣਗੇ। ਡਾਕਟਰ ਸਾਹਿਬ ਇਹ ਇੱਕ ਬਹੁਤ ਵਿਸਥਾਰਪੂਰਵਕ ਢੰਗ ਦੇ ਨਾਲ ਇਹਦੇ ਉੱਤੇ ਵਿਚਾਰ ਚਰਚਾ ਹੋਣ ਵਾਲੀ, ਜਿਹੜੇ ਅਸੀਂ ਇੰਨੇ ਸੈਕਟਰ ਗਿਣ ਰਹੇ ਹਾਂ। ਲੇਕਿਨ ਅਸੀਂ ਇੱਕ ਜੇਕਰ ਆਮ ਇਨਸਾਨ ਦੀ ਗੱਲ ਕਰੀਏ ਤਾਂ ਅੱਜ ਇੱਕ ਆਮ ਇਨਸਾਨ ਜਿਹੜਾ ਕਿ ਆਪਣੀ ਰੋਜ਼ੀ ਰੋਟੀ ਕਮਾਉਂਦਾ, ਉਹਦਾ ਕੋਈ ਵੀ ਜ਼ਰੀਆ ਹੈ, ਮਿਹਨਤ ਮਜ਼ਦੂਰੀ ਕਰਦਾ ਹੈ,
ਤੇ ਉਹਨੂੰ ਘੱਟੋ ਘੱਟ ਉਹਦੇ ਕੋਲੋਂ ਕੋਈ ਇਹੋ ਜਿਹਾ ਬਿਜ਼ਨਸ ਤੇ ਨਹੀਂ ਹੈ ਜਿਹਦੇ ਵਿੱਚ ਉਹ ਪੈਸੇ ਨੂੰ ਦੁੱਗਣਾ ਕਰ ਸਕਦਾ, ਤਿਗਣਾ ਕਰ ਸਕਦਾ। ਉਹਨੂੰ ਤੇ ਇਹੀ ਉਮੀਦ ਹੁੰਦੀ ਹੈ ਕਿ ਉਹਦਾ ਜਿਹੜਾ ਭਵਿੱਖ ਹੈ, ਫਿਊਚਰ ਹੈ ਆਉਣ ਵਾਲਾ, ਉਹਦੇ ਲਈ ਉਹ ਥੋੜ੍ਹੇ ਬਹੁਤੇ ਪੈਸੇ ਇਕੱਠੇ ਕਰਕੇ ਰੱਖੇ ਤੇ ਉਹਦੇ ਉੱਤੇ ਬੈਂਕ ਵੱਲੋਂ ਜੇਕਰ ਉਹਨੂੰ ਵਿਆਜ ਮਿਲਦਾ ਰਹੇਗਾ ਤੇ ਉਹਦਾ ਜਿਹੜਾ ਬੁਢਾਪਾ ਹੈ ਉਹ ਥੋੜ੍ਹਾ ਸੌਖਾ ਗੁਜ਼ਰ ਜਾਏਗਾ, ਹੈ ਨਾ। ਤੇ ਇਹੋ ਜਿਹੇ ਇਨਸਾਨਾਂ ਦਾ ਕੀ ਬਣੇਗਾ ਆਖਿਰਕਾਰ ਜੇਕਰ ਇਹ ਬੈਂਕ ਪ੍ਰਾਈਵੇਟ ਹੋ ਗਏ, ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਚਲੇ ਗਏ। ਸਰਕਾਰ ਨੇ ਤੇ ਆਪਣੇ ਕੋਲੋਂ ਇਹ ਮਸਲਾ ਹਟਾ ਦਿੱਤਾ ਕਿ ਸਾਡੀ ਸਿਰਦਰਦੀ ਖਤਮ, ਲੇਕਿਨ ਉਹਦੇ ਨਾਲ ਜਿਹੜਾ ਭਵਿੱਖ ਹੈ ਲੋਕਾਂ ਦਾ ਉਹ ਕਿਸ ਤਰ੍ਹਾਂ ਦਾ ਹੋਏਗਾ? ਦੇਖੋ ਜੀ, ਭਵਿੱਖ ਜਿਹੜਾ ਹੈ, ਤੁਸੀਂ ਇੱਕ ਬੜੀ ਇੰਪੋਰਟੈਂਟ ਜਿਹੜੀ ਗੱਲ ਛੇੜੀ ਹੈ ਕਾਰਪੋਰੇਟ ਸੈਕਟਰ ਦੀ, ਵੀ ਕਾਰਪੋਰੇਟ ਬੈਂਕਸ ਜਿਹੜੇ ਬਣ ਜਾਣਗੇ। ਸਰਕਾਰ ਉਹਨਾਂ ਕਦਮਾਂ ਦੇ ਉੱਤੇ ਚੱਲੀ ਹੋਈ ਹੈ। ਕਾਰਪੋਰੇਟ ਬੈਂਕਾਂ ਨੂੰ ਸਰਕਾਰ ਨੇ ਬਕਾਇਦਾ ਮਨਜ਼ੂਰੀ ਦਿੱਤੀ ਹੈ, ਰਿਜ਼ਰਵ ਬੈਂਕ ਦੀ ਔਰ ਸਰਕਾਰ ਦੀ ਮਨਜ਼ੂਰੀ ਮਿਲ ਗਈ ਹੈ ਕਿ ਹੁਣ ਹੌਲੀ ਹੌਲੀ ਜਿਹੜੇ ਪ੍ਰਾਈਵੇਟ ਜਿਹੜੇ ਖਿਲਾੜੀ ਨੇ ਇਹ ਆਉਣਗੇ। ਹੁਣ ਖਦਸ਼ਾ ਇਹ ਬਣਦਾ ਹੈ, ਪਹਿਲੀ ਚੀਜ਼ ਪਹਿਲਾਂ ਵੀ ਸਰਕਾਰ ਨੇ ਪਹਿਲਾਂ ਤਾਂ 27-28 ਜਿਹੜੇ ਸਾਡੇ ਬੈਂਕ ਸੀਗੇ ਉਹਨਾਂ ਨੂੰ ਮਰਜ ਕਰਕੇ 12 ਬੈਂਕ ਬਣਾਏ ਆ ਪਿਛਲੇ 2017 ਦੇ ਵਿੱਚ। ਹੁਣ ਜਿਹੜੇ ਉਹ 12 ਬੈਂਕ ਹੈ ਸਰਕਾਰ ਨੇ ਉਹ ਵੀ ਵੇਚ ਦੇਣੇ ਆ, ਉਹਨਾਂ ਨੂੰ ਵੇਚ ਕੇ 4 ਜਾਂ 5 ਤੇ ਲਿਆਏਗੀ। ਠੀਕ, ਹਰ ਜ਼ੋਨ ਦਾ ਤੁਸੀਂ ਇਹ ਦੇਖ ਲਓ ਵੀ ਹਰ ਜ਼ੋਨ ਦਾ ਇੱਕ ਬੈਂਕ ਹੋ ਸਕਦਾ। ਏਦਾਂ ਵੀ ਹੋ ਸਕਦਾ ਵੀ ਇੱਕ ਨਾਰਥ ਦਾ ਹੋ ਜਾਏ, ਇੱਕ ਈਸਟ ਦਾ ਹੋ ਜਾਏ, ਇੱਕ ਸਾਊਥ ਦਾ ਹੋ ਜਾਏ, ਇੱਕ ਵੈਸਟ ਦਾ ਹੋ ਜਾਏ, ਇੱਕ ਸੈਂਟਰਲ ਇੰਡੀਆ ਦਾ ਬੈਂਕ ਹੋ ਜਾਏ। ਠੀਕ ਹੈ ਜੀ। ਪੰਜਾਬ ਨੈਸ਼ਨਲ ਬੈਂਕ ਆਪਣਾ ਹੋ ਗਿਆ ਪੰਜਾਬ ਦੇ ਵਿੱਚੋਂ, ਨਾਰਥ ਜ਼ੋਨ ਚ ਹੋ ਗਿਆ। ਏਦਾਂ 4-5 ਬੈਂਕ ਰੱਖੇਗੀ, ਸਾਰੇ ਬਾਕੀ ਪ੍ਰਾਈਵੇਟ ਦੇ ਵਿੱਚ ਲੈ ਜਾਏਗੀ। ਹੁਣ ਇਹਦੇ ਤੋਂ ਵੀ ਅੱਗੇ ਸਮੱਸਿਆ ਜਿਹੜੀ ਖੜੀ ਹੁੰਦੀ ਹੈ, ਮੈਂ ਇੱਕ ਪੁਆਇੰਟ ਤੁਹਾਡੇ ਨਾਲ ਸ਼ੇਅਰ ਕੀਤਾ, 1-2 ਹੋਰ ਕਰਨਾ ਚਾਹੁੰਦਾ ਹੈ ਵੀ ਇਹਦੇ ਨਾਲ ਆਮ ਜਨਤਾ ਨੂੰ ਤਾਂ ਸੇਵਾਵਾਂ ਜਿਹੜੀਆਂ ਬੈਂਕਾਂ ਤੋਂ ਮਿਲਣਗੀਆਂ ਉਹ ਮਹਿੰਗੀਆਂ ਹੋ ਜਾਣਗੀਆਂ। ਠੀਕ, ਪਹਿਲੀ ਚੀਜ਼ ਜਿਹੜੀਆਂ ਜਿੱਦਾਂ ਅਸੀਂ ਮਿਨੀਮਮ ਬੈਲੈਂਸ ਰੱਖਣਾ ਉਹ 10,000 ਰੁਪਈਆ, ਇਹਦਾ ਮਤਲਬ ਵੀ ਆਮ ਜਨਤਾ ਪੈਸਾ ਨਹੀਂ ਰੱਖੇਗੀ। ਇੱਕ ਚੀਜ਼। ਦੂਜੀ ਚੀਜ਼, ਜਿਹੜੇ ਲੋਕ ਜਿੱਦਾਂ ਮਨਰੇਗਾ ਦਾ ਪੈਸਾ ਆਉਣਾ ਹੈ, ਕੋਈ ਬੁਢਾਪਾ ਪੈਨਸ਼ਨ ਮਿਲਣੀ ਹੈ, ਕੋਈ ਜਿਹੜੇ SC ST ਕੈਂਡੀਡੇਟਸ ਨੂੰ, ਜਿਹੜੇ ਸਟੂਡੈਂਟਸ ਨੂੰ ਪੈਸਾ ਮਿਲਦਾ, ਕਿਆ ਉਹ ਵੀ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਜਾਣਗੇ? ਦਾ ਆਨਸਰ ਇਜ਼ ਯੈਸ, ਉਹ ਵੀ ਪ੍ਰਾਈਵੇਟ ਖੇਤਰ ਦੇ ਵਿੱਚ ਜਾਏਗਾ। ਹੌਲੀ ਹੌਲੀ ਤੁਸੀਂ ਦੇਖੋ ਵੀ ਸਰਕਾਰ ਨੇ ਜਦੋਂ ਬੈਂਕ ਮਰਜ ਹੁੰਦਾ ਜਾਏਗਾ, ਪਿੰਡਾਂ ਦੇ ਵਿੱਚੋਂ ਜਿਹੜੀਆਂ ਇਹਨਾਂ ਦੀਆਂ ਸ਼ਾਖਾਵਾਂ ਨੇ, ਇਹਨਾਂ ਦੀਆਂ ਬ੍ਰਾਂਚਿਸ ਨੇ ਬੈਂਕਾਂ ਦੀਆਂ, ਉਹ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ, ਉਹ ਰੈਪ ਅਪ ਕਰਨਾ ਸ਼ੁਰੂ ਕਰ ਦੇਣਗੇ ਉੱਥੇ ਪ੍ਰਾਈਵੇਟ ਖੇਤਰ ਦੀ। ਹੁਣ ਜਿੱਥੇ ਤੁਹਾਨੂੰ ਪੇਂਡੂ ਖੇਤਰ ਦੇ ਵਿੱਚ ਬੈਂਕਾਂ ਦੀਆਂ ਅੱਜ ਸਰਕਾਰੀ ਬ੍ਰਾਂਚਿਸ ਮਿਲਦੀਆਂ, ਕਿਤੇ ਪੰਜਾਬ ਨੈਸ਼ਨਲ ਬੈਂਕ ਦੀ ਮਿਲੇਗੀ, ਕਿਤੇ ਸਟੇਟ ਬੈਂਕ ਦੀ ਮਿਲੇਗੀ, ਕਿਤੇ ਇੰਡੀਅਨ ਬੈਂਕ ਦੀ ਮਿਲੇਗੀ, ਕਿਤੇ ਕਾਰਪੋਰੇਸ਼ਨ ਬੈਂਕ ਦੀ ਮਿਲੇਗੀ। ਮੈਂ ਇਹਦੇ 'ਚ ਇੱਕ ਚੀਜ਼ ਦੀ ਹੋਰ ਐਡੀਸ਼ਨ ਕਰਨਾ ਚਾਹੁੰਦਾ ਹੈ ਵੀ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ। ਸਰਕਾਰਾਂ ਡਿਜੀਟਲ ਕਰੰਸੀ ਵੱਲ ਨੂੰ ਜਾ ਰਹੀਆਂ। ਇੱਕ ਜਿਹੜਾ ਸਭ ਤੋਂ ਜਿੱਦਾਂ ਡਿਵੈਲਪਡ ਮੁਲਕਾਂ ਦੇ ਵਿੱਚ ਹੋਇਆ ਹੈ ਕਿ ਅਸੀਂ ਸ਼ਾਇਦ ਕਰੋਨਾ ਦੇ ਵਿੱਚ ਲੱਗੇ ਰਹਿ ਗਏ, ਅਸੀਂ ਇਸ ਚੀਜ਼ ਤੇ ਝਾਤ ਨਹੀਂ ਮਾਰੀ ਕਿ ਪਿਛਲੇ ਸਾਲ ਦੇ ਦੌਰਾਨ ਅਮਰੀਕਾ ਦੇ ਵਿੱਚ, ਚੀਨ ਦੇ ਵਿੱਚ ਤੇ 6 ਹੋਰ ਵੱਡੇ ਮੁਲਕਾਂ ਦੇ ਵਿੱਚ ਕ੍ਰਿਪਟੋ ਕਰੰਸੀ ਦਾ ਜਿਹੜਾ ਕੰਸੈਪਟ ਹੈ ਉਹ ਚੱਲ ਪਿਆ। ਹਾਲਾਂਕਿ ਸਾਡੀ ਸਰਕਾਰ ਹਜੇ ਕ੍ਰਿਪਟੋ ਕਰੰਸੀ ਨੂੰ ਪਹਿਲਾਂ ਕਹਿੰਦੇ ਸੀ ਨਹੀਂ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਹਿਤਾ ਹਾਂਜੀ, ਹੁਣ ਸਰਕਾਰ ਕਹਿੰਦੀ ਹੈ ਸਾਡੀ ਆਪਣੀ ਡਿਜੀਟਲ ਕਰੰਸੀ ਹੋਏਗੀ ਜਾਂ ਕ੍ਰਿਪਟੋ ਕਰੰਸੀ ਹੋਏਗੀ। ਤਾਂ ਅਸੀਂ ਉਸ ਐਂਗਲ ਤੋਂ ਵੀ ਇਹਨੂੰ ਦੇਖਣਾ ਸ਼ੁਰੂ ਕਰੀਏ ਕਿ ਹੋ ਸਕਦਾ ਹਜੇ ਤਾਂ ਸਰਕਾਰ ਇਹਦੇ ਬਾਰੇ ਭੰਬਲ ਭੂਸੇ 'ਚ ਹੀ ਹੈਗੀ ਹੈ ਵੀ ਅਸੀਂ ਕਰਨਾ ਕੀ ਹੈ, ਕਰਨਾ ਨਹੀਂ। ਕੱਲ ਨੂੰ ਹੋ ਸਕਦਾ ਸਰਕਾਰ ਇਹ ਵੀ ਕਹਿ ਦੇ ਵੀ ਸਾਡੇ ਹਿੰਦੁਸਤਾਨ ਜਿਹੜੀ ਕਰੰਸੀ ਚੱਲੇਗੀ, ਜਿੱਦਾਂ ਪੂਰੇ ਹਿੰਦੁਸਤਾਨ ਦਾ ਆਪਣਾ ਕੋਈ ਵੀ ਰਾਸ਼ਟਰੀ ਏਅਰਲਾਈਨਸ ਨਹੀਂ ਹੋਏਗੀ, ਹਜੇ ਇੰਡੀਅਨ ਏਅਰਲਾਈਨਸ ਹੈਗੀ। ਜੇ ਕੱਲ ਵਿਕ ਜਾਂਦੀ ਹੈ ਤਾਂ ਹਿੰਦੁਸਤਾਨ ਦੇਖੋ ਕਿੱਡੀ ਅਜੀਬ ਗੱਲ ਹੈ ਕਿ ਸਾਡਾ ਕੋਈ ਆਪਣਾ 130-140 ਕਰੋੜ ਲੋਕਾਂ ਦਾ ਮੁਲਕ ਹੋਵੇ, ਉਹਦਾ ਆਪਣੀ ਕੋਈ ਏਅਰਲਾਈਨਸ ਹੀ ਨਹੀਂ ਹੈ। ਏਦਾਂ ਹੀ ਇਹ ਵੀ ਪੋਸੀਬਿਲਿਟੀ ਬਣੇਗੀ। ਆਪਾਂ ਫੇਰ ਇੱਕ ਸ਼ੋਅ ਕਰਾਂਗੇ ਜਿਹਦੇ ਵਿੱਚ ਇਹ ਚੀਜ਼ ਆਏਗੀ ਕਿ ਸਾਡੀ ਕਰੰਸੀ ਨਹੀਂ ਹੋਏਗੀ, ਕਰੰਸੀ ਵੀ ਅੰਬਾਨੀ ਦੀ ਚੱਲ ਰਹੀ ਹੈ, ਡਿਜੀਟਲ ਕਰੰਸੀ ਆ ਗਈ, ਅਡਾਨੀ ਔਰ ਅੰਬਾਨੀ ਦੀ ਕਰੰਸੀ ਚੱਲ ਰਹੀ ਹੈ ਜੀ। ਉਹਦੇ 'ਚ ਮਹਾਤਮਾ ਗਾਂਧੀ ਦੇ ਲੱਗੇ ਫੋਟੋਆਂ ਵਾਲੇ ਨੋਟ ਖਤਮ ਹੋ ਗਏ ਜੀ, ਉਹ ਤਾਂ ਚੱਲਣਾ that is the thing of the past, ਉਹ ਹਿਸਟਰੀ ਬਣ ਜਾਏਗੀ, ਇਤਿਹਾਸ ਬਣ ਜਾਏਗਾ। ਯਾਨੀ ਕਿ ਐਡੇ ਵੱਡੇ ਲੈਵਲ ਦੇ ਉੱਤੇ ਇਹ ਚੀਜ਼ ਹੋ ਰਹੀ ਹੈ। ਔਰ ਤੁਸੀਂ ਦੇਖ ਰਹੇ ਹੋ ਡਾਕਟਰ ਸਾਹਿਬ ਕਿ ਜਿਹੜੇ EMPLOYE ਨੇ, ਜਿਹੜਾ ਇੱਥੋਂ ਦਾ ਵਰਗ ਹੈ, ਉਹਦੇ ਵਿੱਚ ਇੱਕ ਹਲਚਲ ਮਚੀ ਹੋਈ ਹੈ, ਜਿਹਦੇ ਨਾਲ ਇੱਕ ਪਾਸੇ ਤਾਂ ਜਿਹੜੀਆਂ ਨੌਕਰੀਆਂ ਨੇ ਉਹ ਤਾਂ ਨਿਕਲ ਹੀ ਰਹੀਆਂ ਨੇ ਲੋਕਾਂ ਦੇ ਹੱਥਾਂ ਵਿੱਚੋਂ, ਸਰਕਾਰੀ ਨੌਕਰੀਆਂ ਜਿਨ੍ਹਾਂ ਦਾ ਲੋਕਾਂ ਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਸਰਕਾਰੀ ਨੌਕਰੀ ਦੇ ਵਿੱਚ ਉਹ ਆਪਣੇ ਆਪ ਨੂੰ ਸਿਕਿਉਰ ਸਮਝਦੇ ਸੀ, ਭਵਿੱਖ ਨੂੰ ਆਪਣੇ ਸੁਰੱਖਿਅਤ ਸਮਝਦੇ ਸੀ। ਦੂਜੇ ਪਾਸੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਜਿਹੜਾ ਭਰੋਸਾ ਸੀ ਸਰਕਾਰੀ ਬੈਂਕਾਂ ਦੇ ਉੱਤੇ ਕਿ ਵੀ ਇਹ ਬੈਂਕ ਕਿਤੇ ਨਹੀਂ ਜਾਣਗੇ, ਸਾਡਾ ਪੈਸਾ ਸੁਰੱਖਿਅਤ ਹੈ। ਔਰ ਪਿੱਛੇ ਇੰਨੇ ਸਾਰੇ ਘੁਟਾਲੇ ਜਿਹੜੇ ਹੋ ਗਏ ਨੇ ਇਹਨਾਂ ਬੈਂਕਾਂ ਦੇ ਵਿੱਚ ਹੋ ਗਏ ਨੇ।
ਔਰ ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਆਪਣਾ ਪੈਸਾ ਕਿੱਥੇ ਰੱਖਣਗੇ ਔਰ ਇਹ ਨੌਕਰੀਆਂ ਜਿਹੜੀਆਂ ਨੇ ਉਹ ਕਿੰਨੀਆਂ ਕੁ ਵਧਣਗੀਆਂ ਇਹਦੇ ਨਾਲ, ਜਾਂ ਕਿੰਨਾ ਕੁ ਨੁਕਸਾਨ ਹੋ ਜਾਏਗਾ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਦੋਂ ਇਹ ਸਾਰੀ ਗੇਮ ਆ ਗਈ? ਪਹਿਲੀ ਚੀਜ਼ ਜੀ, ਮੈਂ ਇਹਨੂੰ ਉਲਟੇ ਆਰਡਰ ਦੇ ਵਿੱਚ ਸ਼ੁਰੂ ਕਰਨਾ ਚਾਹੁੰਦਾ। ਤੁਸੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਕੀਤੀ। ਕਾਰਪੋਰੇਟ ਘਰਾਣਿਆਂ ਦਾ ਤਾਂ ਜਿਹੜਾ ਖਦਸ਼ਾ ਬਣਦਾ ਹੈ ਕਿ ਉਹਨਾਂ ਨੇ ਆਪਣਾ ਬੈਂਕ ਸ਼ੁਰੂ ਕਰਕੇ ਆਪਣੇ ਆਪ ਨੂੰ ਹੀ ਲੋਨ ਦਿੰਦੇ ਰਹਿਣਗੇ, ਕੋਈ ਵੱਡੀ ਗੱਲ ਨਹੀਂ ਹੈ, ਇਹ ਹੋ ਸਕਦਾ। ਦੂਜੀ ਗੱਲ, ਹੁਣ ਆਉਂਦੇ ਆ ਆਪਾਂ ਨੌਕਰੀਆਂ ਦੇ ਉੱਤੇ। ਜਦੋਂ ਸਰਕਾਰੀ ਨੌਕਰੀ, ਉਹ ਟਾਈਮ ਚਲੇ ਗਏ ਜਦੋਂ ਜਦੋਂ ਬੈਂਕ ਦੇ ਵਿੱਚ ਕੋਈ ਕਰਮਚਾਰੀ ਲੱਗਦਾ ਸੀ ਜਾਂ ਕੋਈ ਨਿਆਣਾ ਬੈਂਕ ਦੇ ਵਿੱਚ ਨੌਕਰੀ ਲੱਗਦਾ ਸੀ, ਜਾਂ ਜਿਨ੍ਹਾਂ ਨੇ ਰਿਸ਼ਤਾ ਕਰਨਾ ਹੁੰਦਾ ਸੀ ਕੁੜੀ ਵਾਲਿਆਂ ਨੇ, ਉਹ ਬੈਂਕ ਵਾਲਾ ਮੁੰਡਾ ਲੱਭਦੇ ਹੁੰਦੇ ਸੀ। ਉਹ ਜ਼ਮਾਨੇ ਤਾਂ ਹੁਣ ਨਹੀਂ ਹੈਗੇ। ਹੁਣ ਤਾਂ ਆਉਣ ਵਾਲੇ ਟਾਈਮ 'ਚ ਨੌਕਰੀਆਂ ਨਹੀਂ ਲੱਭਣੀਆਂ। ਤੁਸੀਂ ਇਹ ਦੇਖੋ ਬਈ, ਇੱਕ ਲੇਟੈਸਟ ਰਿਪੋਰਟ ਆਈ ਹੈ, 2-3 ਦਿਨ ਹੋਏ ਹੈ। ਇਹ ਰਿਪੋਰਟ ਕਹਿੰਦੀ ਹੈ ਵੀ ਹਿੰਦੁਸਤਾਨ ਦੀ ਮਿਡਲ ਕਲਾਸ ਜਿਹੜੀ ਹੈ ਉਹ 3 ਕਰੋੜ ਲੋਕ ਜਿਹੜੇ ਆ ਉਹਦੇ 'ਚ ਘਟ ਗਏ ਆ, ਔਰ ਜਿਹੜੇ ਪਾਵਰਟੀ ਲਾਈਨ, ਜਿਹੜੀ ਗਰੀਬੀ ਰੇਖਾ, ਉਹ ਤੋਂ ਥੱਲੇ 7.5 ਕਰੋੜ ਲੋਕ ਹੋਰ ਚਲੇ ਗਏ ਆ। ਇਹ ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ? ਕਾਰਨ ਇਹੀ ਹੈ, ਨੌਕਰੀਆਂ ਹੈ ਨਹੀਂ। ਸਰਕਾਰੀ ਤਾਂ ਬਿਲਕੁਲ ਹੀ ਛੱਡ ਦੋ, ਪ੍ਰਾਈਵੇਟ ਵੀ ਹੈ, ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲਦੀ ਪਈ। ਹੁਣ ਦੇਖੋ ਤੁਸੀਂ ਸਟੇਟਾਂ ਕੀ ਕਰ ਰਹੀਆਂ ਨੇ। ਹਰਿਆਣਾ ਸਰਕਾਰ ਕਹਿੰਦੀ ਆਪਣੇ ਆਪਣੇ ਸੂਬੇ, ਜਾਂ ਯੂਪੀ ਸਰਕਾਰ, ਜਾਂ ਜਿਹੜਾ ਗੁਜਰਾਤ ਸਰਕਾਰ ਹੈ, ਇਹ ਸੂਬਾਈ ਸਰਕਾਰਾਂ ਆਪਣੇ ਆਪਣੇ ਖੇਤਰ ਦੇ ਉੱਤੇ ਫੋਕਸ ਕਰਨਾ ਸ਼ੁਰੂ ਹੋ ਗਏ ਵੀ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਦੇਣੀ ਹੈ। ਹੁਣ ਬੈਂਕ ਦੇ ਵਿੱਚ ਤਾਂ ਸੈਂਟਰ ਲੈਵਲ ਤੇ, ਕਿਉਂਕਿ ਬੈਂਕ ਜਿਹੜੇ ਸੀ ਆਪਣੇ ਆਪ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕੰਮ ਚੱਲਦਾ ਸੀ, ਤਾਂ ਬੈਂਕ ਦੇ ਵਿੱਚ ਨੌਕਰੀਆਂ ਜਿਹੜੀਆਂ ਸੀ ਮਿਲ ਜਾਂਦੀਆਂ ਸੀ। ਹੁਣ ਜਦੋਂ ਬੈਂਕ ਹੀ ਨਹੀਂ ਰਹਿਣੇ, ਜਦੋਂ ਬੈਂਕਾਂ ਦੇ ਰਲੇਵੇਂ ਹੋ ਜਾਣੇ, ਨੌਕਰੀਆਂ ਨਹੀਂ ਨਿਕਲਣੀਆਂ ਇਹਨਾਂ ਚੋਂ। ਹੁਣ ਤੀਜਾ ਸਵਾਲ ਆਉਂਦਾ ਵੀ ਲੋਕਾਂ ਦੇ ਪੈਸੇ ਦਾ ਕੀ ਬਣੇਗਾ ਜੀ। ਲੋਕ ਦੇਖੋ, ਸਰਕਾਰ ਦਾ ਜਿਹੜਾ ਰੁਝਾਨ ਹੈ, ਜਾਂ ਸਰਕਾਰ ਵੱਲੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਸਰਕਾਰ ਦਾ ਰੁਝਾਨ ਬੜਾ ਨਕਾਰਾਤਮਕ ਹੈ ਬੈਂਕਾਂ ਦੇ ਪ੍ਰਤੀ। ਇਹਨਾਂ ਦਾ ਇੱਕੋ ਹੀ ਰੁਝਾਨ ਹੈ ਵੀ ਪ੍ਰਾਈਵੇਟ ਖੇਤਰ ਦੇ ਬੈਂਕ ਆ ਜਾਣ, ਸਿਰਫ ਅਸੀਂ ਪ੍ਰਾਈਵੇਟ ਖੇਤਰ ਦੇ ਬੈਂਕਾਂ ਨੂੰ ਚਲਾਈਏ, ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਈਏ। ਵੀ ਨਾ ਤਾਂ ਸਾਨੂੰ ਇਹ ਕੋਈ ਪੁੱਛੇ ਵੀ ਤੁਹਾਡੇ ਨੌਨ ਪਰਫਾਰਮਿੰਗ ਐਸੈਟਸ ਕਿੰਨੇ ਹੈ, ਬੈਡ ਡੈਟਸ ਕਿੰਨੇ ਹੋਏ, ਕਿੰਨੇ ਲੋਕ ਦੌੜ ਕੇ ਪੈਸਾ ਲੈ ਕੇ ਜਾਂ ਨਹੀਂ। ਅਸੀਂ ਆਪਣੀ ਜ਼ਿੰਮੇਵਾਰੀ ਛੱਡ ਦਈਏ। 2-4 ਪ੍ਰਾਈਵੇਟ ਜਿਹੜੇ ਬੈਂਕ, ਜਿਹੜੇ ਪਬਲਿਕ ਸੈਕਟਰ ਦੇ ਬੈਂਕ ਹੈਗੇ ਨੇ, ਜਨਤਕ ਅਦਾਰੇ ਜਿਹੜੇ ਹੈਗੇ, ਜਨਤਕ ਖੇਤਰ ਦੇ ਜਿਹੜੇ ਬੈਂਕ ਹੈ, ਅਸੀਂ ਉਹਨਾਂ ਦੇ ਉੱਤੇ ਹੀ ਆਪਣੇ ਆਪ ਨੂੰ ਸੈਟਿਸਫਾਈਡ ਰੱਖੀਏ। ਸਰਕਾਰ ਦੀ ਇਹ ਨੀਤੀ ਹੈ। ਲੇਕਿਨ ਇਹਦੇ ਨਾਲ ਆਮ ਜਨਤਾ ਨੂੰ ਹੋਣ ਵਾਲਾ ਨੁਕਸਾਨ ਬਹੁਤ ਵੱਡਾ ਹੋਏਗਾ। ਇੱਕ ਤਾਂ ਹਜੇ ਤੱਕ ਹੁੰਦਾ ਸੀ ਵੀ ਜਿਹੜੇ ਸੈਕਟਰ ਨੂੰ, ਜੇ ਸਨਅਤੀ ਖੇਤਰ ਨੂੰ ਚਾਹੀਦੇ, ਐਗਰੀਕਲਚਰ ਸੈਕਟਰ ਨੂੰ ਚਾਹੀਦੇ, ਫਾਰਮਿੰਗ ਵਾਲਿਆਂ ਨੂੰ ਚਾਹੀਦੇ, ਕਿਸੇ ਨੂੰ ਟਰੈਕਟਰ ਦੇ ਲਈ ਲੋਨ ਚਾਹੀਦਾ, ਹਜੇ ਤੱਕ ਸਰਕਾਰੀ ਖੇਤਰ ਤੋਂ ਉਹਨੂੰ ਲੋਨ ਮਿਲ ਜਾਂਦਾ ਸੀ। ਅਸੀਂ ਇਹ ਕਹਿ ਦਿੰਦੇ ਸੀ ਵੀ ਜ਼ਿਆਦਾ ਜਿਹੜਾ ਹੈ ਲੋਨ ਐਗਰੀਕਲਚਰ ਸੈਕਟਰ ਨੂੰ ਦੇ ਦਿਓ ਜੀ, ਇਸ ਵੇਲੇ ਜਾਂ ਗੁਜਰਾਤ ਦੇ ਵਿੱਚ ਤਾਂ ਇੱਥੇ ਇੰਡਸਟਰੀ ਨੂੰ ਦੇ ਦਿਓ। ਆਉਣ ਵਾਲੇ ਟਾਈਮ ਤਾਂ ਪ੍ਰਾਈਵੇਟ ਗਿਆ, ਉਹ ਤਾਂ ਉਹਨੇ ਥੋੜ੍ਹਾ ਦੇਖਣਾ, ਹੁਣ ਤਾਂ ਇਹ ਦੇਖਣਾ ਵੀ ਮੈਨੂੰ ਕੌਣ ਪੈਸਾ ਰਿਟਰਨ ਕਰ ਸਕਦਾ, ਕੌਣ ਮੈਨੂੰ ਪੈਸਾ ਮੋੜ ਸਕਦਾ, ਕਿੰਨੇ ਵਿਆਜ ਤੇ ਕਿੰਨੀ ਛੇਤੀ ਮੋੜ ਸਕਦਾ, ਉਹਨੂੰ ਮੈਂ ਪੈਸਾ ਦਊਂਗਾ। ਤੇ ਆਮ ਜਨਤਾ ਦੇ ਲਈ ਕੋਈ ਸੁਖਾਵਾਂ ਮਾਹੌਲ ਨਹੀਂ ਆਉਣ ਵਾਲਾ। ਠੀਕ ਹੈ। ਦੂਜੀ ਗੱਲ ਮੈਂ ਇੱਥੇ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਜਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਜਿਹੜਾ ਵਿਆਜ ਹੈ ਉਹ ਦਿਨ ਪ੍ਰਤੀ ਦਿਨ ਘੱਟ ਹੁੰਦਾ ਜਾ ਰਿਹਾ, ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ? ਕਈ ਵਾਰੀ ਲੋਕੀ ਇਹ ਵੀ ਸੋਚਦੇ ਨੇ ਕਿ ਔਰ ਕਈ ਵਾਰੀ ਗੱਲਾਂ ਵੀ ਹੁੰਦੀਆਂ ਨੇ ਜਦੋਂ ਆਪਸ 'ਚ ਬੈਠਦੇ ਨੇ ਕਿ ਹੁਣ ਪੈਸੇ ਜਮ੍ਹਾਂ ਕਰਾਉਣ ਦੇ ਉੱਤੇ ਬੈਂਕ ਪੈਸੇ ਕੱਟੇਗਾ। ਦੇਖੋ, ਹਜੇ ਤਾਂ ਇਦਾਂ ਦਾ ਮਾਹੌਲ ਨਹੀਂ ਹੈ। ਤੇ ਸਾਡੇ ਸਾਹਮਣੇ ਐਗਜ਼ਾਮਪਲਸ ਹੈਗੀਆਂ ਨੇ ਜਿੱਥੇ ਨੈਗੇਟਿਵ ਵਿਆਜ ਮਿਲਦਾ ਸੀ, ਜੇ ਤੁਸੀਂ ਬੈਂਕ 'ਚ ਪੈਸਾ ਰੱਖੋਗੇ ਤਾਂ ਤੁਹਾਨੂੰ ਵਿਆਜ ਨਹੀਂ ਮਿਲੇਗਾ, ਤੁਹਾਨੂੰ ਦੇਣੇ ਪੈਣਗੇ, ਉਹਦੇ ਉੱਤੇ ਹੋਰ ਫੀਸ ਦੇਣੀ ਪਏਗੀ। ਜੀ। ਇਹ ਜਾਪਾਨ ਦੇ ਵਿੱਚ ਹੋਇਆ ਜੀ। ਸ਼ਿੰਜ਼ੋ ਆਬੇ ਦੀ ਸਰਕਾਰ ਸੀਗੀ, 2-3 ਸਾਲ ਪਹਿਲਾਂ ਦੀ ਗੱਲ ਹੈ। ਇਹ ਜਾਪਾਨ ਦੇ ਵਿੱਚ ਹੋਇਆ, ਇਹ ਯੂਰਪ ਦੇ ਵਿੱਚ ਹੋਇਆ, ਅਮਰੀਕਾ ਦੇ ਵਿੱਚ ਹੋਇਆ। ਨੈਗੇਟਿਵ ਵਿਆਜ ਜਿਹੜਾ ਸੀ, ਜਾਂ ਤੁਹਾਨੂੰ ਨਾਲ ਪੈਸੇ ਰੱਖਣ ਦੇ ਆਪਣੇ ਪੈਸੇ ਦੇਣੇ ਪੈਂਦੇ ਸੀ। ਹਜੇ ਤੱਕ ਤਾਂ ਸਾਡੇ ਕੋਲ ਏਦਾਂ ਦਾ ਕੁਛ ਨਹੀਂ ਹੋਇਆ, ਨਾ ਹੋਣ ਦੀ ਉਮੀਦ ਹੈ ਅਜੇ। ਲੇਕਿਨ ਇਹ ਹੈ ਕਿ ਵਿਆਜ ਜਿਹੜਾ ਹੈ ਇਹ ਦੋ ਧਾਰੀ ਤਲਵਾਰ ਹੈ। ਜੇ ਵਿਆਜ, ਸਰਕਾਰ ਕੀ ਕਰਦੀ ਹੈ, ਸਰਕਾਰ ਨੇ ਵਿਆਜ ਲਗਾਤਾਰ ਘੱਟ ਰੱਖਿਆ। ਜਿਹੜਾ 20 ਲੱਖ ਕਰੋੜ ਤੋਂ ਲੈ ਕੇ ਜਦ ਅਨਾਊਂਸਮੈਂਟ ਹੋਈ ਸੀਗੀ 20 ਲੱਖ ਕਰੋੜ ਦੀ, ਸਰਕਾਰ ਨੇ ਵਿਆਜ ਨੂੰ ਘਟਾਈ ਰੱਖਿਆ ਵੀ ਵਿਆਜ ਜਿਹੜਾ ਹੈ ਜਿੰਨਾ ਘੱਟ ਹੋਏਗਾ ਉਹਨਾਂ ਲੋਕ ਲੋਨ ਲੈਣਗੇ, ਜਿੰਨਾ ਲੋਕ ਲੈਣਗੇ ਉਹਨਾਂ ਲੋਨ ਲੈਣਗੇ, ਉਹਨਾਂ ਨਿਵੇਸ਼ ਹੋਏਗਾ, ਜਿੰਨਾ ਨਿਵੇਸ਼ ਹੋਏਗਾ ਉਨੀਆਂ ਨੌਕਰੀਆਂ ਨਿਕਲਣਗੀਆਂ, ਜਿੰਨੀਆਂ ਨੌਕਰੀਆਂ ਉਨੀ ਨਾਲ ਵਰਤੋਂ ਹੋਏਗੀ, ਚੀਜ਼ਾਂ ਦੀ ਨਵੀਂ ਪ੍ਰੋਡਕਸ਼ਨ ਹੋਏਗੀ। ਇਸ ਮਾਡਲ ਦੇ ਉੱਤੇ, ਇਸ ਸਿਧਾਂਤ ਦੇ ਉੱਤੇ ਸਰਕਾਰ ਕੰਮ ਕਰ ਰਹੀ ਹੈ। ਪਰ ਹੋਇਆ ਉਹਦਾ ਉਲਟਾ ਹੈ ਵੀ ਜਦੋਂ
ਇਹ ਵਿਆਜ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲ ਜਿਹੜੀ ਇੱਕ ਪਾਪੂਲੇਸ਼ਨ ਹੈਗੀ ਹੈ, ਜਿਹੜੇ ਲੋਕ ਸਰਕਾਰੀ ਨੌਕਰੀਆਂ ਤੇ ਸੀਗੇ, ਜਿਹੜੇ ਰਿਟਾਇਰ ਹੋ ਚੁੱਕੇ ਹੈ, ਉਹ ਲੋਕ ਵਿਆਜ ਦੀ ਇਨਕਮ ਦੇ ਉੱਤੇ ਡਿਪੈਂਡੈਂਟ ਹੈ ਜੀ। ਬਹੁਤ ਹੋਰ ਵੀ ਜਨਤਾ ਜਿਹੜੀ ਹੈ ਉਹ ਵਿਆਜ ਦੇ ਉੱਤੇ ਅੱਖ ਰੱਖੀ ਬੈਠਦੀ ਹੁੰਦੀ ਹੈ ਵੀ ਸਾਡੀ ਜਿਹੜੀ ਇੰਨੇ ਤਾਂ ਚਲੋ ਪੈਸੇ ਜਿਹੜੇ ਆ, ਜੇ ਮੈਂ ਇੱਕ ਵਾਰ 1 ਲੱਖ ਰੁਪਈਆ ਦੇ ਦੂੰਗਾ, ਇੰਨੇ ਕੁ ਪੈਸੇ ਤਾਂ ਮੈਨੂੰ ਆਉਂਦੇ ਰਹਿਣਗੇ 6% ਦੇ ਉੱਤੇ, 6,000 ਰੁਪਈਆ ਤਾਂ ਮੈਨੂੰ ਸਾਲ ਦਾ ਆਏਗਾ ਨਾ ਜੀ। ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਏਦਾਂ ਅੱਖ ਰੱਖ ਕੇ ਬੈਠਦੇ ਆ, ਉਹਨਾਂ ਦਾ ਨੁਕਸਾਨ ਹੋ ਗਿਆ। ਉਹਦੇ ਕਰਕੇ ਮਾਰਕੀਟ ਦੇ ਵਿੱਚ ਡਿਮਾਂਡ ਨਹੀਂ ਆਈ, ਮੰਗ ਜਿਹੜੀ ਹੈ ਘੱਟ ਰਹੀ ਹੈ। ਠੀਕ ਹੈ, ਠੀਕ। ਉਹ ਦੋ ਧਾਰੀ ਤਲਵਾਰ ਹੈ। ਹੁਣ ਵੀ ਸਰਕਾਰ ਕੀ ਕਰ ਰਹੀ ਹੈ, ਲਗਾਤਾਰ ਸਰਕਾਰ ਦੇ ਯਤਨ ਇਹੀ ਹੈ ਵੀ ਵਿਆਜ ਜਿਹੜਾ ਹੈ ਘੱਟੋ ਘੱਟ ਰੱਖਿਆ ਜਾਵੇ। ਤੇ ਉਹ ਬੜਾ ਟੈਕਨੀਕਲ ਹੋ ਜਾਣਾ ਜੇ ਆਪਾਂ ਇਹਦੇ ਚ ਚੱਲ ਜਾਈਏ ਬੌਂਡ ਯੀਲਡਸ ਦੇ ਵਿੱਚ। ਮੈਂ ਉਸ ਪੱਖੋਂ ਨਹੀਂ ਆਪਾਂ ਮੋਟੀ ਗੱਲ ਜਿਹੜੀ ਕਿ ਇੱਕ ਆਮ ਇਨਸਾਨ ਨੂੰ ਸਮਝ ਲੱਗੇ ਵੀ ਉਹ ਹੁਣ ਉਹਨੂੰ ਕੀ ਕਰਨਾ ਚਾਹੀਦਾ। ਆਖਿਰਕਾਰ ਕਈ ਵਾਰੀ ਕੀ ਹੁੰਦਾ ਹੈ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਹੋਰ ਨਿਯਮ ਜਾਂ ਕਹਿ ਲਓ ਬੈਂਕ ਦੇ ਵੱਲੋਂ ਇਹ ਲਿਖਿਆ ਗਿਆ ਸੀਗਾ ਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਜਾਂ ਸਰਕਾਰੀ ਬੈਂਕ ਵੀ ਨੇ, ਉਹ ਸਿਰਫ ਤੁਹਾਡੇ ਅਗਰ ਕੋਈ ਪੈਸਾ ਬੈਂਕਰਪਟ ਹੁੰਦਾ ਹੈ ਤੇ ਤੁਹਾਡੇ ਸਿਰਫ 1 ਲੱਖ ਰੁਪਏ ਤੱਕ ਦੇ ਜ਼ਿੰਮੇਵਾਰ ਹੋਣਗੇ। ਹਾਂਜੀ, ਉਹਦੀ ਗਰੰਟੀ ਦੀ ਗੱਲ ਹੋਈ ਸੀ DICGC ਦੀ, 5 ਲੱਖ ਤੱਕ ਦੀ ਹੋ ਗਈ ਹੈ ਹੁਣ ਕਿ 5 ਲੱਖ ਤੱਕ ਤੁਹਾਡਾ ਪੈਸਾ ਜਿਹੜਾ ਸੇਫ ਹੈ। ਜੇ 5 ਤੋਂ ਤੁਹਾਡਾ 6 ਲੱਖ ਰੁਪਈਆ ਬੈਂਕ ਕੱਲ ਨੂੰ ਡੁੱਬ ਜਾਂਦਾ, ਤੁਹਾਡਾ 6 ਲੱਖ ਰੁਪਈਆ ਬੈਂਕ ਦੇ ਵਿੱਚ, ਤਾਂ ਤੁਹਾਨੂੰ 5 ਤਾਂ ਮਿਲ ਜਾਏਗਾ, 1 ਲੱਖ ਡੁੱਬ ਜਾਏਗਾ ਤੁਹਾਡਾ। ਇਹ DICGC ਹੈ, ਉਹਦੀ ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ, ਉਹਦੇ 'ਚ ਇਹ ਚੀਜ਼ ਜਿਹੜੀ ਸੀ ਇਹ ਆਉਂਦੀ ਹੈ। ਲੇਕਿਨ ਇਹ ਚੀਜ਼ ਜਿਹੜੀ ਹੈ ਨਾ ਜੀ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਲੋਕ ਜਿਹੜੇ ਹੈ ਇਸ ਚੀਜ਼ ਨੂੰ ਲੈ ਕੇ ਸਵਾਲ ਪੁੱਛਦੇ ਨੇ ਤੁਹਾਨੂੰ ਬਈ ਕੀ ਕਰਨਾ ਚਾਹੀਦਾ ਬੈਂਕਾਂ ਨੂੰ, ਜਿਹਦੇ ਕਰਕੇ ਤੁਸੀਂ ਅੱਜ ਦਾ ਪ੍ਰੋਗਰਾਮ ਵੀ ਕੀਤਾ। ਤਾਂ ਇਸ ਵੇਲੇ ਤਾਂ ਜੇ ਲੋਕਾਂ ਦੇ ਲਈ ਜਿਹੜੀ ਮੇਰੇ ਵੱਲੋਂ ਐਡਵਾਈਸ ਹੋਏਗੀ ਉਹ ਇਹੀ ਹੈ ਵੀ ਜਿਨ੍ਹਾਂ ਦੇ ਕੋਲ ਪੈਸਾ ਹੈ ਉਹ ਬੈਂਕਾਂ ਦੇ ਵਿੱਚ ਵਿਆਜ ਘੱਟ ਹੈ, ਉਹ ਪੋਸਟ ਆਫਿਸ ਦੇ ਵਿੱਚ ਪਾ ਲੈਣ। ਪੋਸਟ ਆਫਿਸ ਦੇ ਵਿੱਚ ਇਸ ਵੇਲੇ ਵਿਆਜ ਠੀਕ ਹੈ। ਸਟਾਕ ਮਾਰਕੀਟ ਦੇ ਵਿੱਚ ਤਾਂ ਠੀਕ ਹੈ, ਸੱਟੇਬਾਜ਼ੀ ਦਾ ਪੈਸਾ ਉਹ ਤਾਂ ਇੱਕ ਦਿਨ ਆਉਂਦਾ ਇੱਕ ਦਿਨ ਨਹੀਂ ਆਉਂਦਾ, ਉਹਨੂੰ ਛੱਡ ਦੇਣ। ਗੋਲਡ ਜਿਹੜਾ ਹੈਗਾ ਵਿੱਚ ਜੇ ਚਮਕਿਆ ਸੀ ਸੋਨਾ, ਲੇਕਿਨ ਹੁਣ ਸੋਨਾ ਵੀ ਥੱਲੇ ਆ ਚੁੱਕਾ, ਤਾਂ ਇਸ ਵੇਲੇ ਬੈਸਟ ਆਪਸ਼ਨ ਬਣਦੀ ਹੈ ਪੋਸਟ ਆਫਿਸ ਦੀ। ਉਹਦੇ 'ਚ ਤੁਸੀਂ 5 ਸਾਲ ਦੇ ਲਈ ਆਪਣਾ ਪੈਸਾ ਜਿਹੜਾ ਬਲੌਕ ਕਰ ਦਿਓ। ਜੇ ਤੁਸੀਂ 2 ਲੱਖ ਰੁਪਈਆ ਕਿਸੇ ਦੇ ਕੋਲ ਹੈ ਤਾਂ ਉਹ 5 ਸਾਲ ਦੇ ਲਈ ਬਲੌਕ ਕਰ ਦਿਓ। ਹਰ ਮਹੀਨੇ ਉਹਦੇ ਤੇ ਰਿਟਰਨ ਆਈ ਜਾਏਗੀ, ਤੁਹਾਨੂੰ 2,000 ਰੁਪਈਆ ਉਹਦੇ ਤੇ ਰਿਟਰਨ ਮਿਲ ਜਾਂਦੀ, ਉਹਦਾ ਵਿਆਜ ਚੰਗਾ ਮਿਲ ਰਿਹਾ। ਯਾਨੀ ਕਿ ਇਸ ਵੇਲੇ ਇਹ ਇੱਕ ਇਨਵੈਸਟਮੈਂਟ ਦੀ ਚੰਗੀ ਆਪਸ਼ਨ ਹੋ ਸਕਦੀ ਹੈ। ਬਿਲਕੁਲ ਠੀਕ ਹੈ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕੀਤੀ ਕਿ ਬੈਂਕਾਂ ਦੇ ਰਲੇਵੇਂ ਹੁੰਦੇ ਜਾ ਰਹੇ ਨੇ, ਸਾਰਾ ਕੁਝ ਸਰਕਾਰ ਜਿਹੜਾ ਉਹ ਪ੍ਰਾਈਵੇਟਾਈਜੇਸ਼ਨ ਵੱਲ ਜਾ ਰਹੀ ਹੈ, ਔਰ ਦੇਸ਼ ਦੇ ਵਿੱਚ ਕੁਝ ਕੁ ਘਰਾਣੇ ਨੇ ਜਿਨ੍ਹਾਂ ਦਾ ਪੈਸਾ ਵੱਧਦਾ ਜਾਏਗਾ, ਉਹ ਆਪਣੀਆਂ ਕੰਪਨੀਆਂ ਦੇ ਲਈ ਉਸ ਪੈਸੇ ਨੂੰ ਇਸਤੇਮਾਲ ਕਰਦੇ ਰਹਿਣਗੇ। ਕੀ ਤੁਸੀਂ ਇਸ ਵਕਤ ਜਿਹੜਾ ਸਾਡਾ ਵਰਤਮਾਨ ਸਮੇਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਜੀ, ਉਹਦੇ ਨਾਲ ਉਹਨਾਂ ਨੇ ਇਹ ਵੀ ਆਵਾਜ਼ ਚੱਕੀ ਹੈ ਕਿ ਬਈ ਜਿੱਥੇ ਸਾਰੇ ਲੋਕ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹੋ ਰਹੇ ਨੇ, ਨੌਕਰੀਆਂ ਗਵਾ ਰਹੇ ਨੇ, ਉਹ ਵੀ ਸਾਡੇ ਨਾਲ ਆਉਣ। ਤੁਸੀਂ ਉਹਨਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਕਿ ਉਹਨਾਂ ਦੀਆਂ ਸਾਰੀਆਂ ਗੱਲਾਂ ਸਹੀ ਨੇ ਜਾਂ ਨਹੀਂ? ਨਹੀਂ, ਬਿਲਕੁਲ ਠੀਕ ਹੈ ਜੀ। ਕਿਸਾਨੀ ਅੰਦੋਲਨ ਬਿਲਕੁਲ ਠੀਕ ਹੈ, ਠੀਕ ਪੱਧਰ ਤੇ ਹੋ ਰਿਹਾ ਔਰ ਠੀਕ ਲਾਈਨਾਂ ਤੇ ਹੋ ਰਿਹਾ। ਜੋ ਧੱਕੇਸ਼ਾਹੀ ਹੋ ਰਹੀ ਹੈ ਜਾਂ ਹੋਣ ਵਾਲੀ ਹੈ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਜੋ ਕਿਸਾਨੀ ਅੰਦੋਲਨ ਹੋ ਰਿਹਾ ਬਿਲਕੁਲ ਠੀਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੂਜੀ ਚੀਜ਼ ਜਿਹੜੀ ਹੈ ਵੀ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਆਵਾਜ਼ ਆਈ ਹੈ ਔਰ ਉਹ ਆਵਾਜ਼ ਬਿਲਕੁਲ ਠੀਕ ਹੈ। ਬੜੇ ਇਹਨਾਂ ਦੇ ਪ੍ਰਮੁੱਖ ਨੇਤਾ ਜਿਹੜੇ ਨੇ, ਉਹਨਾਂ ਨੇ ਇੰਨੀਆਂ ਯੂਨੀਅਨਾਂ ਨੇ ਉੱਥੇ 32 ਯੂਨੀਅਨਾਂ ਬੈਠੀਆਂ ਨੇ, ਤੇ ਉਹਨਾਂ ਦੇ ਜਿਹੜੇ ਨੇਤਾ ਹੈਗੇ ਨੇ ਉਹਨਾਂ ਨੇ ਇੱਕ ਆਵਾਜ਼ ਚੱਕੀ ਸੀ ਨੌਨ ਕੋਆਪਰੇਸ਼ਨ ਦੀ। ਨੌਨ ਕੋਆਪਰੇਸ਼ਨ ਵਾਲੀ ਮੂਵਮੈਂਟ ਬਹੁਤ ਠੀਕ ਹੈ। ਜੇ ਸਰਕਾਰ ਸਿੱਧੀ ਗੱਲ ਨਹੀਂ ਮੰਨਦੀ ਤਾਂ ਨੌਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਉਹਦੇ 'ਚ ਤੁਸੀਂ ਬੈਂਕਾਂ ਦੇ ਵਿੱਚੋਂ ਪੈਸਾ ਲੈਣਾ ਜਾਂ ਬੈਂਕਾਂ ਨੂੰ ਪੈਸਾ ਦੇਣਾ, ਜੋ ਬੈਂਕਾਂ ਤੋਂ ਕਰਜ਼ੇ ਲਿੱਤੇ ਬੈਂਕਾਂ ਨੂੰ ਕਰਜ਼ੇ ਮੋੜਨੇ ਔਰ ਬੈਂਕਾਂ ਦੇ ਵਿੱਚ ਪੈਸਾ ਰੱਖਣਾ ਉਹ ਬੰਦ ਕਰ ਦਿਓ, ਸਰਕਾਰ ਇੱਕਦਮ ਟਾਈਮ ਸਿੱਧੀ ਹੋ ਜਾਏਗੀ। ਓਕੇ, ਠੀਕ ਹੈ। ਤੇ ਡਾਕਟਰ ਸਾਹਿਬ, ਜਾਂਦੇ ਜਾਂਦੇ ਅਸੀਂ ਤੁਹਾਡੇ ਤੋਂ ਇਹੀ ਸਵਾਲ ਪੁੱਛਣਾ ਚਾਹਾਂਗੇ ਕਿ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਸਾਰਾ ਕੁਝ ਜਿੱਦਾਂ ਪ੍ਰਾਈਵੇਟਾਈਜੇਸ਼ਨ ਦਾ ਦੌਰ ਜਿਹੜਾ ਉਹ ਚੱਲਦਾ ਜਾ ਰਿਹਾ ਹੈ ਔਰ ਬੈਂਕ ਜਿਹੜੇ ਨੇ ਉਹ ਮਰਜ ਹੁੰਦੇ ਜਾ ਰਹੇ ਨੇ, ਠੀਕ ਹੈ ਜੀ। ਇਹਦੇ ਨਾਲ ਨਾਲ ਮੈਂ ਇੱਕ ਵਰਡ ਸੁਣਿਆ ਸੀਗਾ ਬੈਡ ਬੈਂਕ। ਇਹ ਬੈਡ ਬੈਂਕ ਕੀ ਚੀਜ਼ ਹੈ? ਦੇਖੋ ਜੀ, ਬੈਡ ਬੈਂਕ ਦਾ ਕਨਸੈਪਟ ਹੈ, ਬੈਡ ਅੰਗਰੇਜ਼ੀ ਦਾ ਵਰਡ ਹੈ। ਬੈਡ ਦਾ ਮਤਲਬ ਮਾੜਾ। ਇੱਕ ਏਦਾਂ ਦਾ ਮਾੜਾ ਬੈਂਕ, ਉਹਦੀ ਉਸਾਰੀ ਕਰਨੀ
ਇਹ ਹੈ ਕਿ ਇਹ ਵੀ ਗੇਮ ਜਿਹੜੀ ਹੈ ਨਾ, ਗੇਮ ਪਲਾਨ ਇਹਦੇ ਪਿੱਛੇ ਉਹ ਫਿਰ ਨਿੱਜੀਕਰਨ ਹੈ, ਪ੍ਰਾਈਵੇਟਾਈਜੇਸ਼ਨ ਹੈ। ਦੇਖੋ ਸਰਕਾਰ ਦੇ ਮਾੜੀਆਂ ਨੀਤੀਆਂ ਦੇ ਕਾਰਨ, ਜਿਹਦੇ ਤੇ ਆਪਾਂ ਗੱਲ ਵੀ ਕੀਤੀ ਹੈ, ਤਾਂ ਸਰਕਾਰਾਂ ਦੇ ਜਿਹੜੇ ਬੈਂਕ ਨੇ, ਸਰਕਾਰੀ ਬੈਂਕ ਹੈ, ਉਹਨਾਂ ਦੇ ਨਾਨ ਪਰਫਾਰਮਿੰਗ ਐਸੈਟ ਬਹੁਤ ਵੱਧ ਗਏ। ਨਾਨ ਪਰਫਾਰਮਿੰਗ ਐਸੈਟ ਦਾ ਮਤਲਬ ਜਿਹੜਾ ਪੈਸਾ ਵਾਪਸ ਨਹੀਂ ਆਉਣਾ। ਜੀ ਠੀਕ ਹੈ ਨਾ ਜੀ। ਉਹ ਸਰਕਾਰੀ ਖੇਤਰ ਦੇ ਵਿੱਚ ਜ਼ਿਆਦਾ ਹੈ। ਇਹ ਨਹੀਂ ਮੈਂ ਕਹਿੰਦਾ ਪ੍ਰਾਈਵੇਟ ਦੇ ਵਿੱਚ ਨਹੀਂ ਹੈ, ਪ੍ਰਾਈਵੇਟ ਦੇ ਵਿੱਚ ਵੀ ਹੈਗੇ ਨੇ, ਪਰ ਸਰਕਾਰੀ ਖੇਤਰ 'ਚ ਬਹੁਤ ਜ਼ਿਆਦਾ ਹੈ। ਜਿਹੜੀ RBI ਦੀ ਰਿਪੋਰਟ ਆਈ ਹੈ ਲੇਟੈਸਟ, ਉਹ ਕਹਿੰਦੀ 100 ਦੇ ਵਿੱਚੋਂ ਉਹਦੇ 16 ਰੁਪਏ ਨਹੀਂ ਮੁੜਨੇ, 84 ਰੁਪਏ ਮੁੜਨੇ ਆ। ਦੇਖੋ ਕਿੰਨਾ ਵੱਡਾ ਅਮਾਊਂਟ ਹੈ। ਔਰ ਸਰਕਾਰ ਆਪ ਰਿਲੀਜ਼ ਕਰਦੀ ਹੈ ਇਹ ਰਿਪੋਰਟ, ਔਰ ਕਹਿੰਦੀ ਕਿ 100 ਚੋਂ ਤੁਹਾਨੂੰ 84 ਮਿਲ ਜਾਣੇ, 16 ਮਿਲਣੇ ਨਹੀਂ। ਤਾਂ ਸਰਕਾਰ ਨੇ ਕੀ ਕੀਤਾ, ਜੇ ਹੁਣ ਬੈਡ ਬੈਂਕ ਹੈ, ਮੰਦੀ ਦਾ ਟਾਈਮ ਹੈ, ਕਿਹੜਾ ਚੱਕੇਗਾ ਬੈਂਕ ਨੂੰ ਤੁਹਾਡੇ ਨੂੰ, ਜਦੋਂ ਤੁਹਾਡੇ ਬੈਂਕਾਂ ਦੇ ਨਾਲ ਐਡੀ ਲਾਇਬਿਲਿਟੀ ਨਾਲ ਉਹਨੂੰ ਮਿਲ ਜਾਣੀ। ਵੀ ਮੈਨੂੰ ਤਾਂ ਦੇਖੋ, ਜੇ ਬੈਂਕ ਚਮਕਦਾ ਹੋਵੇ ਨਾ, ਹਰੇਕ ਬੰਦੇ ਨੇ, ਚਮਕਦੀ ਚੀਜ਼ ਹਰੇਕ ਨੂੰ ਚੰਗੀ ਲੱਗਦੀ ਹੈ। ਜਿਹਨੇ ਵੀ ਕੱਲ ਨੂੰ ਖਰੀਦਦਾਰੀ ਕਰਨੀ ਹੈ, ਜਿਹਨੇ ਵੀ ਬੈਂਕ ਨੂੰ ਖਰੀਦਣਾ ਹੈ, ਉਹ ਬੰਦੇ ਨੇ ਤਾਂ ਇਹ ਦੇਖਣਾ ਹੈ ਵੀ ਬੈਂਕ ਦੇ ਨਾਲ ਮੈਨੂੰ ਕਿੰਨਾ ਇਜ਼ਾਫਾ ਹੁੰਦਾ, ਮੇਰੇ ਕੋਲ ਕਿੰਨੇ ਪੈਸੇ ਆਉਂਦੇ ਆ, ਰਾਈਟ। ਜਦੋਂ ਹੁਣ ਤੁਹਾਨੂੰ ਇਹ ਪਤਾ ਵੀ ਬੈਂਕ ਦੇ ਨਾਲ ਤੁਹਾਨੂੰ ਤਾਂ ਪੈਸੇ ਤਾਂ ਘੱਟ ਆਉਣੇ, ਤੁਹਾਨੂੰ ਲਾਇਬਿਲਿਟੀ ਜ਼ਿਆਦਾ ਮਿਲ ਜਾਣੀ ਹੈ, ਉਹਦੇ ਨਾਲ 100 ਚੋਂ 16। ਤਾਂ ਸਰਕਾਰ ਨੇ ਕੀ ਕੀਤਾ ਵੀ 16 ਰੁਪਏ ਜਿਹੜੇ ਹੈਗੇ ਨੇ ਉਹ ਚੱਕ ਕੇ ਇੱਕ ਹੋਰ ਬੈਂਕ ਬਣਾਤਾ, ਉਹਦਾ ਨਾਮ ਰੱਖਤਾ ਬੈਡ ਬੈਂਕ, ਮਾੜਾ ਬੈਂਕ, ਜਿਹਦਾ ਕੰਮ ਹੀ ਇਹੀ ਹੈ ਵੀ ਜਿਹੜੀਆਂ ਪਾਰਟੀਆਂ ਪੈਸੇ ਦੇਣ ਤੋਂ ਮੁੱਕਰ ਰਹੀਆਂ ਨੇ, ਉਹਨਾਂ ਪਾਰਟੀਆਂ ਤੋਂ ਪੈਸਾ ਵਾਪਸ ਰਿਕਵਰ ਕਰਾਉਣਾ, ਭਾਵੇਂ ਉਹ ਕੋਰਟ ਕੇਸ ਕਰਨਾ ਉਹਨਾਂ ਤੇ, ਭਾਵੇਂ ਉਹਨਾਂ ਨੂੰ ਉਹਨਾਂ ਦੀ ਕੋਈ ਚੀਜ਼ਾਂ ਲੈ ਕੇ ਵੇਚਣੀਆਂ, ਜੋ ਕੁਛ ਵੀ ਹੈ, ਉਹਨਾਂ ਦੇ ਕਬਜ਼ੇ ਲੈਣੇ ਉਹਨਾਂ ਦੀਆਂ ਚੀਜ਼ਾਂ ਤੇ, ਜਿੱਦਾਂ ਵਿਜੇ ਮਾਲੀਆ, ਨੀਰਵ ਮੋਦੀ, ਇਹ ਈਵਨ ਛੋਟਾ ਅੰਬਾਨੀ, ਅਨਿਲ ਅੰਬਾਨੀ ਜਿਹੜਾ, ਉਹਦਾ ਕਿਆ ਇਹਨਾਂ ਲੋਕਾਂ ਤੋਂ ਪੈਸਾ ਲੈ ਕੇ ਉਸ ਬੈਂਕ ਨੇ ਆਪਣੇ ਕੋਲ ਰੱਖ ਲੈਣਾ। ਔਰ ਇਹ ਬੈਂਕਾਂ ਜਿਹੜੀਆਂ ਹੋਣਗੀਆਂ, ਜਿਹੜੀਆਂ ਸਾਡੀਆਂ ਓਰੀਜਨਲ ਬੈਂਕਾਂ ਨੇ, ਇਹ ਸਾਫ਼ ਸੁਥਰੀਆਂ ਕਰ ਦੇਣੀਆਂ ਔਰ ਵੇਚਣ ਦੇ ਲਈ ਬਿਲਕੁਲ ਸਭਾ ਚੱਟ ਤਿਆਰ ਕਰਦੇ। ਆਪਾਂ ਜਦੋਂ ਗੱਡੀ ਵੇਚਦੇ ਨਾ, ਬੜੀ ਛੋਟੀ ਜਿਹੀ ਮੈਂ ਪ੍ਰੈਕਟੀਕਲ ਐਗਜ਼ਾਮਪਲ ਦਿੰਦਾ, ਚਮਕਾ ਕੇ ਵੇਚਦੇ ਆ, ਹੈ ਨਾ, ਉਹਨੂੰ ਚਮਕਾ ਕੇ ਲਿਸ਼ਕਾ ਕੇ ਵੇਚੀਦਾ ਵੀ ਆ ਗੱਡੀ ਜਿਹੜੀ ਹੈ, ਕੋਈ ਦਾਗ ਵੀ ਹੋਵੇ ਉਹਨੂੰ, ਚਾਹੇ ਉਹ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ, ਹਾਂ ਭਾਵੇਂ ਉਹ ਐਕਸੀਡੈਂਟਲ ਹੋਵੇ ਗੱਡੀ, ਉਹਨੂੰ ਡੈਂਟਿੰਗ ਪੇਂਟਿੰਗ ਕਰਾ ਕੇ ਸਵਾਰ ਕੇ ਖੜੀ ਕਰ ਦਿੱਤੀ ਹੈ ਕਾਰ ਬਾਜ਼ਾਰ ਦੇ ਵਿੱਚ ਵੀ ਲੈ ਜਾਓ ਬਈ ਇਸ ਗੱਡੀ ਨੂੰ। ਅੱਛਾ ਡਾਕਟਰ ਸਾਹਿਬ, ਸਮਾਂ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਤੁਸੀਂ ਇੱਕ ਗੱਲ ਕੀਤੀ ਸੀ, ਮੈਂ ਉਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਸੀਂ ਕਿਹਾ ਸੀਗਾ ਕਿ ਪਹਿਲਾਂ ਵੀ ਇਹ ਡਾਕਟਰ ਮਨਮੋਹਨ ਸਿੰਘ ਵੇਲੇ ਜਦੋਂ ਪ੍ਰਧਾਨ ਮੰਤਰੀ ਸੀ ਤਾਂ ਨਿੱਜੀਕਰਨ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀਗਾ, ਲੇਕਿਨ ਮੋਦੀ ਸਰਕਾਰ ਵੇਲੇ ਇਹ ਕੰਮ ਬੜੇ ਤੇਜ਼ੀ ਦੇ ਨਾਲ ਹੋ ਰਿਹਾ। ਹੁਣ ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਕਿ ਕੀ ਸਰਕਾਰ ਲੋਕਾਂ ਦੇ ਫਾਇਦੇ ਲਈ ਇਹ ਸਾਰੀਆਂ ਚੀਜ਼ਾਂ ਕਰ ਰਹੀ ਹੈ ਜਾਂ ਸਿਰਫ ਇਹਦੇ 'ਚ ਲੋਕਾਂ ਦਾ ਨੁਕਸਾਨ ਹੈ? ਮੈਂ ਇੱਕੋ ਹੀ ਲਾਈਨ ਦੇ ਵਿੱਚ ਇਹਦਾ ਜਵਾਬ ਦੇਣਾ ਚਾਹੁੰਦਾ ਜੀ, ਸਰਕਾਰ ਲੋਕਾਂ ਦਾ ਬਜਟ ਵਿਗਾੜ ਕੇ ਆਪਣਾ ਬਜਟ ਸਿੱਧਾ ਕਰ ਰਹੀ। ਆਪਣੇ ਸਰਕਾਰ ਦਾ ਸਾਰਾ ਜਿਹੜਾ ਉਪਰਾਲਾ ਹੈ ਵੀ ਸਾਡੇ ਯਤਨ ਘੱਟ ਤੋਂ ਘੱਟ ਹੋਣ, ਸਰਕਾਰ ਦੇ ਪੈਸੇ ਜਿਹੜੇ ਖਜ਼ਾਨੇ ਭਰੇ ਰਹਿਣ ਤੇ ਲੋਕਾਂ ਦੇ ਭਾਵੇਂ ਜੋ ਮਰਜ਼ੀ ਹੁੰਦਾ ਰਹੇ। ਸਰਕਾਰ ਲੋਕਾਂ ਦੇ ਪ੍ਰਤੀ ਬਿਲਕੁਲ ਵੀ ਵੈਲਫੇਅਰ ਵਾਲਾ ਕੰਮ ਨਹੀਂ ਕਰ ਰਹੀ, ਲੋਕ ਭਲਾਈ ਦੇ ਕੰਮਾਂ ਤੋਂ ਹੱਥ ਖਿੱਚਿਆ ਹੋਇਆ। ਔਰ ਡਾਕਟਰ ਸਾਹਿਬ, ਜੇਕਰ ਆਪਾਂ ਇਹ ਦੇਖੀਏ ਤੇ ਜਿਹੜੀ ਸਰਕਾਰ ਹੈ ਉਹ ਤਾਂ ਲੋਕਾਂ ਲਈ ਹੁੰਦੀ ਹੈ, ਤਾਂ ਫਿਰ ਲੋਕਾਂ ਲਈ ਤੁਸੀਂ ਕੀ ਰਾਏ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਆਮ ਜਨਤਾ ਨੂੰ? ਦੇਖੋ ਜੀ, ਆਮ ਜਨਤਾ ਨੂੰ ਭੁਗਤਣਾ ਪਏਗਾ ਜਦ ਤੱਕ ਲੋਕ ਇਕੱਠੇ ਨਹੀਂ ਹੋਣਗੇ, ਜਦ ਤੱਕ ਸਰਕਾਰ ਨੂੰ ਸਬਕ ਨਹੀਂ ਸਿਖਾਉਣਗੇ। 2014 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਸਰਕਾਰ ਸੀ, ਬੜੇ ਘੁਟਾਲੇ ਸਾਹਮਣੇ ਆਏ, ਲੋਕਾਂ ਨੇ ਉਸ ਸਰਕਾਰ ਨੂੰ ਸਬਕ ਸਿਖਾਇਆ ਸੀ। ਏਦਾਂ ਹੀ ਮੋਦੀ ਸਰਕਾਰ ਨੂੰ ਸਬਕ ਜਦ ਤੱਕ ਅਸੀਂ ਨਹੀਂ ਸਿਖਾਵਾਂਗੇ, ਇਹ ਕੰਮ ਉਲਟੇ ਹੁੰਦੇ ਰਹਿਣ। ਠੀਕ। ਸੋ ਮਤਲਬ ਅੰਤ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਤੱਕ ਸਾਡੀ ਆਮ ਜਨਤਾ ਜਿਹੜੀ ਹੈ ਉਹ ਨਹੀਂ ਜਾਗਦੀ, ਉਨੀ ਦੇਰ ਤੱਕ ਕੋਈ ਵੀ ਜਿਹੜਾ ਕਾਨੂੰਨ ਹੈ ਬਣਾ ਲਿਆ ਜਾਏ ਲੋਕਾਂ ਦੇ ਵੈਲਫੇਅਰ ਦੇ ਲਈ, ਉਹ ਉਨੀ ਦੇਰ ਤੱਕ ਉਹ ਫਾਇਦੇਮੰਦ ਸਾਬਤ ਨਹੀਂ ਹੋਏਗਾ। ਡਾਕਟਰ ਰਾਜੀਵ ਖੋਸਲਾ ਜੀ, ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ, ਬੜੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਅੱਜ ਦੇ ਇਸ ਬੜੇ ਉਲਝੇ ਹੋਏ ਮਸਲੇ ਨੂੰ ਤੁਸੀਂ ਸਾਫ਼ ਸਾਡੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਡਾਕਟਰ ਰਾਜੀਵ ਖੋਸਲਾ ਜੀ, ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਸਨ DAV ਇੰਸਟੀਚਿਊਟ ਆਫ ਮੈਨੇਜਮੈਂਟ ਚੰਡੀਗੜ੍ਹ ਦੇ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਅੱਜ ਦੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੀ ਵਿਚਾਰ ਚਰਚਾ ਸਾਡੇ ਨਾਲ ਕੀਤੀ। ਉਮੀਦ ਕਰਦੇ ਹਾਂ ਕਿ ਪੰਜਾਬ ਚਰਚਾ ਦਾ ਅੱਜ ਦਾ ਵਿਸ਼ਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਔਰ ਉਹਨਾਂ ਦੀਆਂ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਉਹਨਾਂ 'ਤੇ ਤੁਸੀਂ ਅਮਲ ਵੀ ਜ਼ਰੂਰ ਕਰੋਗੇ। ਸੋ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਾਂਗੇ। ਤਦ ਤੱਕ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ।